ਸਤਿ ਸ਼੍ਰੀ ਅਕਾਲ friends, Ajay Sirana this side. I welcome you all to Gills Mentor e-learning. Static GK series 'ਚ ਇਹ ਆਪਣਾ 5th ਲੈਕਚਰ ਹੈ। 4th ਲੈਕਚਰ ਫਰਾਈਡੇ ਨੂੰ ਆਇਆ ਸੀ ਜੋ ਪਲੇਲਿਸਟ 'ਚ ਅਵੇਲੇਬਲ ਹੈ ਐਂਡ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਸੀਰੀਜ਼ ਦੇ ਨਾਲ ਸੰਡੇ ਜੀਕੇ ਬਲਾਸਟ ਵੀ ਦੇਖ ਰਹੇ ਹੋਵੋਗੇ ਬਿਕੋਜ਼ ਉਸ 'ਚ ਆਪਾਂ ਹੌਟ ਐਂਡ ਬਰਨਿੰਗ ਟੌਪਿਕਸ ਕਰਦੇ ਹਾਂ ਜੋ ਐਗਜ਼ਾਮੀਨਰ ਪਿਕ ਕਰਦੇ ਹੈ ਕਿਸੇ ਵੀ ਐਗਜ਼ਾਮ ਦੇ ਕੁਐਸਚਨਸ ਨੂੰ ਡਿਜ਼ਾਈਨ ਕਰਨ ਲਈ। ਸੋ ਟੌਪਿਕ ਆਫ ਟੂਡੇਜ਼ ਲੈਕਚਰ ਇਜ਼ ਪ੍ਰੀਵੀਅਸ ਈਅਰ ਐਗਜ਼ਾਮ MCQs ਔਨ ਵਰਲਡ ਹੈਰੀਟੇਜ ਸਾਈਟਸ ਐਂਡ ਟੈਂਪਲਸ। ਹੁਣ ਤੱਕ ਦੇ ਪਹਿਲੇ 4 ਲੈਕਚਰਸ ਦੇ ਵਿੱਚ ਆਪਾਂ ਪਹਿਲਾ ਪਾਰਟ ਕੀਤਾ ਸੀ ਵਰਲਡ ਹੈਰੀਟੇਜ ਸਾਈਟ ਪਾਰਟ 1 ਪਾਰਟ 2, ਦੈਨ ਆਪਾਂ ਕੀਤਾ ਟੈਂਪਲਸ ਆਫ ਇੰਡੀਆ ਪਾਰਟ 1 ਐਂਡ ਪਾਰਟ 2। ਸੋ ਜਿਵੇਂ ਕਿ ਤੁਹਾਨੂੰ ਲਾਸਟ ਵੀਕ ਵੀ ਮੈਂ ਦੱਸਿਆ ਸੀ, ਸਟਾਰਟਿੰਗ ਤੋਂ ਵੀ ਮੈਂ ਸੀਰੀਜ਼ ਦੇ ਫਸਟ ਇੰਟਰੋਡਕਟਰੀ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜਦੋਂ 1 ਜਾਂ 2 ਟੌਪਿਕ ਆਪਾਂ ਕੰਪਲੀਟ ਕਰ ਲਾਂਗੇ ਤਾਂ ਆਪਾਂ ਉਹਨਾਂ ਟੌਪਿਕਸ ਨਾਲ ਰਿਲੇਟਿਡ ਪ੍ਰੀਵੀਅਸ ਈਅਰ ਐਗਜ਼ਾਮ MCQ ਕਰਾਂਗੇ। ਇਹ ਜੋ ਕੁਐਸਚਨਸ ਹੈ ਇਹ ਨੈਸ਼ਨਲ ਜਾਂ ਸਟੇਟ ਸਾਰੇ ਹੀ ਪੇਪਰਸ ਤੋਂ ਲਿੱਤੇ ਗਏ ਹੈ ਕਿ ਲਾਸਟ 2-3 ਈਅਰਸ ਜਾਂ ਈਵਨ ਲਾਸਟ 5 ਈਅਰਸ ਦੇ ਵਿੱਚ ਉਸ ਟੌਪਿਕ 'ਤੇ ਕਿਸ ਤਰ੍ਹਾਂ ਦੇ ਕਿੱਦਾਂ ਦੇ ਕੁਐਸਚਨ ਜੋ ਹੈ ਉਹ ਨੈਸ਼ਨਲ ਪੇਪਰਾਂ 'ਚ ਪੁੱਛੇ ਗਏ, UPSC 'ਚ ਪੁੱਛੇ ਗਏ, PPSC 'ਚ ਪੁੱਛੇ ਗਏ, ਕਿਸੇ ਵੀ ਪੰਜਾਬ ਦੇ ਸਪੈਸ਼ਲੀ ਸਟੇਟ ਐਗਜ਼ਾਮ ਦੇ ਵਿੱਚ ਪਟਵਾਰੀ ਦਾ ਐਗਜ਼ਾਮ ਜਾਂ ਕਾਨੂੰਗੋ ਦਾ ਐਗਜ਼ਾਮ ਜਾਂ PSSB ਦਾ ਐਗਜ਼ਾਮ ਕਿੱਦਾਂ ਦੇ ਕੁਐਸਚਨ ਉਹਨਾਂ 'ਚ ਪੁੱਛੇ ਗਏ, ਆਪਾਂ ਉਹ ਸਾਰੇ ਕੁਐਸਚਨ ਇਸ ਤਰ੍ਹਾਂ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦਾ ਲੈਕਚਰ ਬੇਸ ਕਰਦਾ ਹੈ ਵਰਲਡ ਹੈਰੀਟੇਜ ਸਾਈਟ ਐਂਡ ਟੈਂਪਲਸ ਦੇ ਪ੍ਰੀਵੀਅਸ ਈਅਰ ਕੁਐਸਚਨ ਐਜ਼ ਵੈਲ ਐਜ਼ ਕਿਸ ਤਰ੍ਹਾਂ ਦੇ ਕੁਐਸਚਨ ਲੇਟੈਸਟ ਬਣ ਸਕਦੇ ਹੈ ਉਹਨਾਂ 'ਤੇ ਆਪਾਂ ਡਿਸਕਸ ਕਰਾਂਗੇ। ਬਟ ਬਿਫੋਰ ਸਟਾਰਟਿੰਗ ਦੀ ਲੈਕਚਰ ਇੱਕ ਚੀਜ਼ ਮੈਂ ਡਿਸਕਸ ਕਰਨਾ ਚਾਹਾਂਗਾ। ਕੱਲ ਮੇਰੇ ਤੋਂ ਇੱਕ ਐਸਪਾਇਰੈਂਟ ਨੇ ਪੁੱਛਿਆ ਕਿ ਸਰ ਵਟ ਇਜ਼ ਦੀ ਬੈਸਟ ਮੈਥਡ ਟੂ ਪ੍ਰੀਪੇਅਰ ਫॉर ਦੀ ਐਗਜ਼ਾਮ। ਮੈਂ ਜੋ ਆਨਸਰ ਦਿੱਤਾ ਉਹ ਆਨਸਰ ਮੈਂ ਤੁਹਾਡੇ ਨਾਲ ਵੀ ਡਿਸਕਸ ਕਰਨਾ ਚਾਹੂੰਗਾ ਤਾਂ ਕਿ ਤੁਹਾਡਾ ਵੀ ਇਸ ਚੀਜ਼ 'ਚ ਆਪਾਂ ਡਿਸਕਸ ਕਰ ਸਕੀਏ ਅਤੇ ਬੈਨੀਫਿਟ ਹੋ ਸਕੇ। ਮੈਂ ਇੱਕ ਹੀ ਆਪਦੇ ਐਕਸਪੀਰੀਅੰਸ ਤੋਂ ਇੱਕ ਆਨਸਰ ਦਿੱਤਾ, ਉਹ ਹੈ ਕੰਟੀਨਿਊਸ਼ਨ ਤੋਂ ਭਾਵ ਕੀ ਹੈ ਕਿ ਡੂ ਨੋਟ ਵੇਟ ਫॉर ਦੀ ਐਗਜ਼ਾਮ। ਉਹਨਾਂ ਨੇ ਕਿਹਾ ਕਿ ਸਰ ਅਸੀਂ GK ਕਰਦੇ ਹਾਂ, ਸਾਨੂੰ ਯਾਦ ਨਹੀਂ ਰਹਿੰਦੀ, ਕੋਈ ਟ੍ਰਿਕ ਯੂਜ਼ ਕਰਦੇ ਹਾਂ ਐਗਜ਼ਾਮ ਦੇ ਵਿੱਚ, ਟ੍ਰਿਕ ਕਈ ਵਾਰੀ ਨਹੀਂ ਬਣ ਪਾਉਂਦੀ। ਤਾਂ ਇਹਨਾਂ ਸਭ ਦਾ ਰੀਜ਼ਨ ਕੀ ਹੈ ਕਿ ਆਪਾਂ ਕੀ ਕਰਦੇ ਹਾਂ, ਆਪਾਂ ਕੋਈ ਟੌਪਿਕ ਤਿਆਰ ਉਦੋਂ ਹੀ ਕਰਦੇ ਹਾਂ, ਆਪਾਂ ਇਹ ਸੋਚਦੇ ਹਾਂ ਕਿ ਜਦੋਂ ਐਗਜ਼ਾਮ ਆਊਗਾ ਫੋਰਮ ਅਸੀਂ ਫਿਲ ਕਰਾਂਗੇ, ਫੋਰਮ ਫਿਲ ਕਰਨ ਤੋਂ ਬਾਅਦ ਜਿਹੜੇ 2 ਮੰਥ ਹੋਣਗੇ ਐਗਜ਼ਾਮ ਦੇ ਵਿੱਚ ਉਸ ਦੇ ਦੌਰਾਨ ਅਸੀਂ ਇਹ ਸਾਰੀ ਚੀਜ਼ ਕਰਾਂਗੇ। ਉੱਥੇ ਦੋਸਤੋ ਆਪਾਂ ਮਾਤ ਖਾ ਜਾਂਦੇ ਹਾਂ। ਆਪਾਂ ਨੂੰ ਕੋਈ ਵੀ ਚੀਜ਼ ਕੰਟੀਨਿਊਸਲੀ ਕਰਨੀ ਪਏਗੀ ਬਿਨਾਂ ਇਹ ਵੇਟ ਕੀਤੇ ਕਿ ਜਦੋਂ ਐਗਜ਼ਾਮ ਹੋਏਗਾ ਉਦੋਂ ਅਸੀਂ ਪੜ੍ਹਾਂਗੇ। ਜਿੰਨੀ ਤੁਸੀਂ ਕੰਟੀਨਿਊ ਰੱਖੋਗੇ ਨੁਕਸਾਨ ਕੋਈ ਵੀ ਨਹੀਂ ਹੈ, ਤੁਹਾਡਾ ਨੌਲੇਜ ਤੁਸੀਂ ਇਨਕਰੀਜ਼ ਕਰ ਸਕਦੇ ਹੋ। ਸੋ ਉਸ ਚੀਜ਼ ਨੂੰ ਤੁਸੀਂ ਕੰਟੀਨਿਊ ਰੱਖੋ। ਸੋ ਕੰਟੀਨਿਊ ਕਰਨ ਲਈ ਤੁਸੀਂ ਕੀ ਬੈਸਟ ਪ੍ਰੈਕਟਿਸ ਅਪਣਾ ਸਕਦੇ ਹੋ? ਉਹ ਬੈਸਟ ਪ੍ਰੈਕਟਿਸ ਹੈ ਰਿਵੀਜ਼ਨ ਐਂਡ ਦੈਨ ਪ੍ਰੈਕਟਿਸ। ਕੋਈ ਵੀ ਤੁਸੀਂ ਟੌਪਿਕ ਸਮਝ ਲਿਆ, ਟੌਪਿਕ ਸਮਝਣ ਤੋਂ ਬਾਅਦ ਤੁਸੀਂ ਉਹਦੀ ਰਿਵੀਜ਼ਨ ਕਰੋ, ਰਿਵੀਜ਼ਨ ਕਰਨ ਤੋਂ ਬਾਅਦ ਉਹਦੀ ਪ੍ਰੈਕਟਿਸ ਮੀਨਸ MCQ। ਤੁਸੀਂ ਉਹਦੇ MCQ ਕਰੋ ਕਿ ਕਿੱਦਾਂ ਦੇ ਕੁਐਸਚਨ ਐਗਜ਼ਾਮੀਨਰ ਤੁਹਾਡੀ ਨੌਲੇਜ ਨੂੰ ਕਿਵੇਂ ਚੈੱਕ ਕਰਦਾ ਹੈ। ਤੁਹਾਨੂੰ ਨੌਲੇਜ ਹੋਗੀ, ਤੁਸੀਂ ਕੋਈ ਟੌਪਿਕ ਸਮਝ ਲਿਆ, ਦੈਨ ਇੱਕ ਵਾਰੀ ਪੜ੍ਹਨ 'ਤੇ ਤੁਹਾਨੂੰ ਇਹ ਲੱਗਦਾ ਵੀ ਹਾਂ ਹੁਣ ਤਾਂ ਇਹ ਮੈਨੂੰ ਆ ਗਿਆ, ਲੇਕਿਨ ਉਹਦੀ ਰਿਵੀਜ਼ਨ ਬਹੁਤ ਜ਼ਰੂਰੀ ਹੈ। ਰਿਵੀਜ਼ਨ ਦੇ ਨਾਲ ਪ੍ਰੈਕਟਿਸ ਜ਼ਰੂਰੀ ਹੈ ਕਿ ਐਗਜ਼ਾਮੀਨਰ ਤੁਹਾਡੀ ਨੌਲੇਜ ਨੂੰ ਕਿਵੇਂ ਚੈੱਕ ਕਰੇਗਾ, ਕਿੱਦਾਂ ਦੇ ਕੁਐਸਚਨ ਹੈ ਜੋ ਉਸ ਟੌਪਿਕ 'ਤੇ ਤੁਹਾਡੇ ਤੋਂ ਐਕਸਪੈਕਟ ਕੀਤੇ ਜਾਂਦੇ ਆ ਕਿ ਤੁਹਾਨੂੰ ਉਹ ਚੀਜ਼ਾਂ ਪਤਾ ਹੋਣ। ਸੋ ਤੁਸੀਂ ਸਭ ਤੋਂ ਪਹਿਲਾਂ ਟੌਪਿਕ ਪ੍ਰੀਪੇਅਰ ਕਰਨਾ ਹੈ, ਦੈਨ ਉਹਦੀ ਰਿਵੀਜ਼ਨ ਕਰਨੀ ਹੈ, ਦੈਨ ਉਹਦੇ MCQ ਜਿਹੜੇ ਹੈ ਉਹ ਜ਼ਰੂਰ ਪ੍ਰੈਕਟਿਸ ਕਰਨੀ ਹੈ, ਜਿਹਦੇ ਨਾਲ ਕੋਈ ਵੀ ਟੌਪਿਕ ਚਾਹੇ ਕਿਸੇ ਵੀ ਸਬਜੈਕਟ ਦਾ ਹੈ, ਨੋਟ ਓਨਲੀ ਇਨ GK, ਕਿਸੇ ਵੀ ਸਬਜੈਕਟ ਤੁਸੀਂ ਮੈਥ, ਰੀਜ਼ਨਿੰਗ, ਇੰਗਲਿਸ਼, ਕਿਸੇ ਵੀ ਸਬਜੈਕਟ ਦੇ ਵਿੱਚ ਤੁਸੀਂ ਜੋ ਹੈ ਫਾਰਮੂਲੇ ਨੂੰ ਅਪਣਾ ਸਕਦੇ ਹੋ ਕਿ ਸਭ ਤੋਂ ਪਹਿਲਾਂ ਟੌਪਿਕ ਦੀ ਐਕਸਪਲੇਨੇਸ਼ਨ ਜ਼ਿਆਦਾ ਤੋਂ ਜ਼ਿਆਦਾ ਡਿਟੇਲ ਦੇ ਵਿੱਚ, ਦੈਨ ਉਹਦੀ ਰਿਵੀਜ਼ਨ, ਟਾਈਮ ਟੂ ਟਾਈਮ ਉਹਦੀ ਰਿਵੀਜ਼ਨ ਐਂਡ ਦੈਨ ਟਾਈਮ ਟੂ ਟਾਈਮ ਉਹਦੀ ਪ੍ਰੈਕਟਿਸ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਤੁਸੀਂ ਇਹਨੂੰ ਰਿਵੀਜ਼ਨ ਲੈਕਚਰ ਵੀ ਲੈ ਸਕਦੇ ਹੋ, ਪ੍ਰੈਕਟਿਸ ਟੈਸਟ ਵੀ ਲੈ ਸਕਦੇ ਹੋ, ਕਿਉਂਕਿ ਇਹਦੇ 'ਚ ਆਪਾਂ ਡਿਸਕਸ ਕਰਾਂਗੇ ਡਿਫਰੈਂਟ ਐਗਜ਼ਾਮ ਰਿਲੇਟਿਡ MCQ ਵਿਦ 4 ਆਪਸ਼ਨਸ। ਹਰ ਕੁਐਸਚਨ 'ਤੇ ਤੁਸੀਂ 5 ਤੋਂ 10 ਸੈਕਿੰਡ ਲੈਣੇ ਹੈ ਤਾਂ ਕਿ ਤੁਸੀਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਤੁਸੀਂ ਇਹਨੂੰ ਓਰੀਜਨਲ ਜੋ ਹੈ ਉਹ ਮੰਨ ਕੇ ਚੱਲਣਾ ਕਿ ਅਸੀਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਉਸ ਕੁਐਸਚਨ ਨੂੰ ਦੇਖ ਰਹੇ ਹਾਂ ਅਤੇ ਤੁਸੀਂ ਉਸ ਕੁਐਸਚਨ ਨੂੰ ਜੱਜ ਕਰਨਾ ਹੈ, ਆਨਸਰ ਨੂੰ ਜੱਜ ਕਰਨਾ ਹੈ। ਦੈਨ ਆਪਾਂ ਵੀ ਵਿਲ ਡਿਸਕਸ ਈਚ ਐਂਡ ਐਵਰੀ ਆਪਸ਼ਨ
ਜਿਸ ਨੂੰ ਇਟ ਮੀਨਸ ਕਿ ਇਹ ਲੈਕਚਰ ਨੂੰ ਤੁਸੀਂ ਐਜ਼ ਏ ਰਿਵੀਜ਼ਨ ਸੈਸ਼ਨ ਵੀ ਲੈ ਸਕਦੇ ਹੋ ਲਾਸਟ 4 ਲੈਕਚਰਸ ਦਾ। ਸੋ ਆਪਾਂ ਹਰ ਆਪਸ਼ਨ ਨੂੰ ਡਿਸਕਸ ਕਰਾਂਗੇ ਤਾਂ ਕਿ ਆਪਾਂ ਆਪਣੀ ਰਿਵੀਜ਼ਨ ਹੋ ਜੇ ਕਿ ਜੋ ਜੋ ਚੀਜ਼ਾਂ ਆਪਾਂ ਕਰਕੇ ਆ ਚੁੱਕੇ ਹਾਂ। ਨਾਲ ਨਾਲ ਆਪਣਾ ਪ੍ਰੈਕਟਿਸ ਟੈਸਟ ਵੀ ਹੈ, ਸੋ ਤੁਸੀਂ ਨੋਟ ਕਰਦੇ ਜਾਣਾ ਹੈ। ਕੁਐਸਚਨ ਦੇ ਨਾਲ ਨਾਲ ਤੁਸੀਂ ਆਪਦਾ ਆਨਸਰ ਲਿਖਣਾ ਹੈ, ਦੈਨ ਸਹੀ ਆਨਸਰ ਤੇ ਟਿਕ ਕਰਨਾ ਹੈ, ਤੇ ਉਸ ਤੋਂ ਬਾਅਦ ਲਾਸਟ ਵਿੱਚ ਤੁਸੀਂ ਇਹ ਜ਼ਰੂਰ ਦੱਸਣਾ ਹੈ ਕਿ ਤੁਹਾਡੇ ਇਹਨਾਂ ਜੋ 30 ਕੁਐਸਚਨ ਦੇ ਕਰੀਬ ਹੈ ਇਹਨਾਂ ਵਿੱਚ ਤਾਂ ਤੁਹਾਡੇ ਕਿੰਨੇ ਜੋ ਹੈ ਉਹ ਮਾਰਕਸ ਬਣੇ। ओके, सो फर्स्ट क्वेश्चन दोस्तों थोड़ी स्क्रीन पे है जो है दी 3 फेथ्स ऑफ हिंदुइज्म, बुद्धिज्म एंड जैनिज्म वर कार्व्ड इन। क्वेश्चन कह रहा है कि हेठ लिखे साइट्स चों वो किहड़ी जगह है जिथे हिंदुइज्म, बुद्धिज्म एंड जैनिज्म तीनों जो है तिन्नां लई जो भी साइट है वो कार्व की गई सी। सो तुसीं इहदा 5 ਤੋਂ 10 ਸਕਿੰਟ ਗਏ ਉਹ ਜਿਵੇਂ ਜਿਵੇਂ ਮੈਂ ਕੁਐਸਚਨ ਨੂੰ ਐਕਸਪਲੇਨ ਕਰ ਰਿਹਾ ਤੁਸੀਂ ਉਹਦੇ ਵਿੱਚ ਹੀ 5 ਤੋਂ 10 ਸਕਿੰਟ ਤੁਸੀਂ ਮੰਨ ਸਕਦੇ ਹੋ। ਸੋ ਆਨਸਰ ਤੁਸੀਂ ਦੇਣਾ 4 ਆਪਸ਼ਨਸ ਚੋਂ। ਫਸਟ ਹੈ ਅਜੰਤਾ ਕੇਵਸ, ਸੈਕਿੰਡ ਐਲੋਰਾ ਕੇਵਸ, ਥਰਡ ਐਲੀਫੈਂਟਾ ਕੇਵਸ ਐਂਡ ਫੋਰਥ ਇਜ਼ ਭੀਮਬੇਟਕਾ ਕੇਵਸ। ਇੱਕ ਚੀਜ਼ ਹੋਰ, ਲਾਸਟ ਸਲਾਈਡ ਤੇ ਜੋ ਚੀਜ਼ ਆਪਾਂ ਡਿਸਕਸ ਕਰ ਰਹੇ ਸੀ ਉਹਦੇ 'ਚ ਮੈਂ ਇੱਕ ਚੀਜ਼ ਹੋਰ ਤੁਹਾਨੂੰ ਐਡ ਕਰਾਂਗਾ ਕਿ ਤੁਸੀਂ ਆਪਦੀ ਇੱਕ ਹੈਬਿਟ ਬਣਾਉਣੀ ਹੈ ਕਿ ਗੈਸ ਨਹੀਂ ਕਰਨਾ, ਗੈਸ ਨਹੀਂ, ਤੁੱਕਾ ਨਹੀਂ ਮਾਰਨਾ। ਇਹ ਨਹੀਂ ਹੈ ਕਿ ਤੁਸੀਂ ਇਹਦੇ 'ਚ A B C ਜੋ ਵੀ ਕਹਿਤਾ ਤੁਸੀਂ ਉਸ ਕੁਐਸਚਨ ਨੂੰ ਸਮਝਣਾ ਹੈ, ਕਿਉਂਕਿ ਮੋਸਟ ਆਫ ਦੀ ਜੋ ਐਗਜ਼ਾਮ ਹੈ ਉਹਨਾਂ 'ਚ ਨੈਗੇਟਿਵ ਮਾਰਕਿੰਗ ਹੁੰਦੀ ਹੈ। ਕੁਝ ਐਗਜ਼ਾਮ ਹੁੰਦੇ ਹੈ ਸਪੈਸ਼ਲੀ PPSC ਦੇ ਐਗਜ਼ਾਮ ਹੈ ਉਹਨਾਂ 'ਚ ਨੈਗੇਟਿਵ ਮਾਰਕਿੰਗ ਨਹੀਂ ਦਿੱਤੀ ਜਾਂਦੀ। ਤੁਸੀਂ ਨੋ ਡਾਊਟ ਤੁੱਕਾ ਮਾਰ ਸਕਦੇ ਹੋ, ਤੁਸੀਂ ਗੈਸ ਕਰ ਸਕਦੇ ਹੋ, ਲੇਕਿਨ ਤੁਸੀਂ ਗੈਸ ਵੀ ਕਰੋ ਤਾਂ ਆਪਦੀ ਨੌਲੇਜ ਨਾਲ ਕਰੋ। ਗੈਸ ਦੇ ਵਿੱਚ ਵੀ ਤੁਸੀਂ ਅਗਰ ਇਸ ਕੁਐਸਚਨ 'ਚ ਹੀ ਮੈਂ ਤੁਹਾਡੀ ਹੈਲਪ ਕਰਾਂ ਤਾਂ ਗੈਸ ਨਾ ਕਰੋ ਕਿ ਡਾਇਰੈਕਟਲੀ ਆਪਾਂ A ਲਗਾ ਦਈਏ, B ਲਗਾ ਦਈਏ, C ਲਗਾ ਦਈਏ, ਨਹੀਂ। ਤੁਸੀਂ ਇਹਦੇ 'ਚੋਂ ਥੋੜ੍ਹਾ ਜਿਹਾ ਇਹ ਦੇਖੋ ਕਿ ਅਗਰ ਪੁੱਛਿਆ ਗਿਆ ਹਿੰਦੂਇਜ਼ਮ, ਬੁੱਧਿਜ਼ਮ ਐਂਡ ਜੈਨਿਜ਼ਮ, ਸੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਆਪਸ਼ਨ ਨਹੀਂ ਹੋ ਸਕਦੇ। ਸੋ ਬੜੀ ਇੰਪੋਰਟੈਂਟ ਚੀਜ਼ ਮੈਂ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਕਿਹੜੇ ਆਪਸ਼ਨਸ ਨੂੰ ਅਸੀਂ ਰਿਜੈਕਟ ਕਰ ਸਕਦੇ ਹਾਂ। ਯਾਨੀ ਕਿ ਭੀਮਬੇਟਕਾ ਕੇਵਸ ਆਪਾਂ ਨੂੰ ਯਾਦ ਆਉਣਾ ਚਾਹੀਦਾ ਕਿ ਭੀਮਬੇਟਕਾ ਕੇਵਸ ਤਾਂ ਬਹੁਤ ਹੀ ਪੁਰਾਣੇ ਮੀਜ਼ੋਲਿਥਿਕ ਜੋ ਟਾਈਮ ਹੈ ਉਹਨਾਂ ਨਾਲ ਰਿਲੇਟ ਕਰਦੇ ਸੀ। ਸੋ ਉਸ ਟਾਈਮ ਤੱਕ ਤਾਂ ਬੁੱਧਿਜ਼ਮ, ਜੈਨਿਜ਼ਮ ਇਹ ਤਾਂ ਆਏ ਹੀ ਨਹੀਂ ਸੀ। ਸੋ ਇਹੀ ਫਾਇਦਾ ਹੁੰਦਾ ਹੈ ਕਿਸੇ ਵੀ ਕੁਐਸਚਨ ਨੂੰ, ਕਿਸੇ ਵੀ ਸਾਈਟ ਨੂੰ, ਕਿਸੇ ਵੀ ਚੀਜ਼ ਨੂੰ ਡਿਟੇਲ 'ਚ ਪੜ੍ਹਨ ਦਾ। ਜਦੋਂ ਅਗਰ ਤੁਹਾਨੂੰ ਇਹਨਾਂ 'ਚ ਇਹ ਯਾਦ ਆਵੇ ਕਿ ਇਹ ਜੋ ਕੇਵਸ ਹੈ ਸਾਰੀਆਂ ਇਹ ਕਿਹੜੇ ਕਿਹੜੇ ਈਅਰ ਦੇ ਵਿੱਚ ਬਣੀਆਂ ਸੀ, ਕਿਹੜੇ ਕਿਹੜੇ ਟਾਈਮ ਪੀਰੀਅਡ, ਮੈਂ ਹਰ ਸਲਾਈਡ ਦੇ ਵਿੱਚ ਟਾਈਮ ਪੀਰੀਅਡ ਦਿੱਤਾ ਸੀ, ਤਾਂ ਅਗਰ ਤੁਹਾਨੂੰ ਉਹ ਯਾਦ ਹੋਵੇ ਤਾਂ ਤੁਹਾਨੂੰ ਯਾਦ ਆਏਗਾ ਕਿ ਭੀਮਬੇਟਕਾ ਕੇਵਸ ਤਾਂ ਮੀਜ਼ੋਲਿਥਿਕ ਟਾਈਮ ਜੋ ਸੀ, ਮੀਜ਼ੋਲਿਥਿਕ ਉਸ ਟਾਈਮ ਦੀਆਂ ਬਣੀਆਂ ਹੋਈਆਂ। ਸੋ ਇਹ ਤਾਂ ਹੋ ਹੀ ਨਹੀਂ ਸਕਦਾ ਉਸ ਟਾਈਮ 'ਤੇ ਜੋ ਬੁੱਧਿਜ਼ਮ, ਜੈਨਿਜ਼ਮ ਹੈ ਇਹ ਤਾਂ ਆਏ ਹੈ 4th to 6th ਸੈਂਚਰੀ ਦੇ ਵਿੱਚ। ਸੋ ਮੀਜ਼ੋਲਿਥਿਕ ਟਾਈਮ ਦੀਆਂ ਕੇਵਸ ਕਿਵੇਂ ਹੋ ਸਕਦੀਆਂ, ਇਹ ਕੁਐਸਚਨ ਨਹੀਂ ਆਏਗਾ। ਐਸੇ ਤਰ੍ਹਾਂ ਐਲੀਫੈਂਟਾ ਕੇਵਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਟਾਈਮ ਤੇ ਟਾਈਮ ਪੀਰੀਅਡ ਸੀ। ਚਲੋ ਮੈਂ ਇਹਦਾ ਸਹੀ ਆਨਸਰ ਦੱਸਦਾ ਤੁਹਾਨੂੰ। ਦੀ ਰਾਈਟ ਆਨਸਰ ਇਜ਼ ਐਲੋਰਾ ਕੇਵਸ, ਦੀ B ਐਲੋਰਾ ਕੇਵਸ। ਮੈਂ ਟਰਾਈ ਕੀਤਾ ਕਿ ਹਰ ਆਨਸਰ ਦੇ ਨਾਲ ਤੁਹਾਨੂੰ ਉਹਦੀ ਉਸ ਸਾਈਟ ਦੀ ਪਿਕ ਵੀ ਦਿਖਾਈ ਜਾਵੇ ਤਾਂ ਕਿ ਤੁਹਾਨੂੰ ਉਹ ਚੀਜ਼ ਰਿਵਾਈਜ਼ ਹੋਵੇ ਅਤੇ ਵਿਜ਼ੂਅਲਾਈਜ਼ ਹੋਵੇ। ਸੋ ਐਲੋਰਾ ਕੇਵਸ ਬਾਰੇ ਆਪਾਂ ਪੜ੍ਹਿਆ ਸੀ। ਐਲੋਰਾ ਕੇਵਸ ਮਹਾਰਾਸ਼ਟਰ ਦੇ ਵਿੱਚ ਔਰੰਗਾਬਾਦ ਡਿਸਟ੍ਰਿਕਟ 'ਚ ਹੈ ਐਂਡ ਸੇਮ ਇਜ਼ ਦੀ ਅਜੰਤਾ ਕੇਵਸ। ਇਸ ਕੁਐਸਚਨ 'ਚ ਆਪਾਂ ਮੇਨਲੀ ਇਹ ਡਿਸਕਸ ਕਰਾਂਗੇ ਕਿ ਇਹ ਐਗਜ਼ਾਮ ਦਾ ਇੱਕ ਹੋਰ ਟੌਪਿਕ ਰਹਿੰਦਾ ਹਮੇਸ਼ਾ, ਦੀ ਡਿਫਰੈਂਸ ਬਿਟਵੀਨ ਅਜੰਤਾ ਐਂਡ ਐਲੋਰਾ ਕੇਵਸ। ਐਗਜ਼ਾਮੀਨਰ ਤੁਹਾਨੂੰ ਕਨਫਿਊਜ਼ ਕਰਨਾ ਚਾਹੇਗਾ, ਉਹ ਇੱਦਾਂ ਦਾ ਕੁਐਸਚਨ ਪੁੱਛੇਗਾ ਕਿ ਤੁਸੀਂ ਪਤਾ ਨਾ ਲਗਾ ਪਾਓ ਕਿ ਅਜੰਤਾ ਹੈ ਜਾਂ ਐਲੋਰਾ ਹੈ, ਜਦ ਤੱਕ ਕਿ ਤੁਸੀਂ ਉਹਨੂੰ ਡਿਟੇਲ 'ਚ ਨਹੀਂ ਪੜ੍ਹਿਆ ਹੋਇਆ। ਅਗਰ ਤੁਸੀਂ ਡਿਟੇਲ 'ਚ ਪੜ੍ਹਿਆ ਤਾਂ ਤੁਸੀਂ ਬੜੀ ਈਜ਼ੀਲੀ ਕਰ ਦੋਗੇ। ਐਲੋਰਾ ਕੇਵਸ ਬਾਰੇ ਆਪਾਂ ਪੜ੍ਹਿਆ ਸੀ ਕਿ ਇਹ ਬਣੀਆਂ ਸੀ 600 AD to 1000 AD ਦੇ ਵਿੱਚ। ਦੋਨੋਂ ਹੀ ਅਜੰਤਾ ਐਂਡ ਐਲੋਰਾ ਔਰੰਗਾਬਾਦ ਡਿਸਟ੍ਰਿਕਟ ਮਹਾਰਾਸ਼ਟਰ ਦੇ ਵਿੱਚ ਹੈ। ਬਟ ਡਿਫਰੈਂਸ ਕੀ ਹੈ, ਅਜੰਤਾ ਕੇਵਸ ਓਲਡ ਕੇਵਸ ਹੈ ਜੋ ਕਿ 200 BC ਤੋਂ 600 AD ਤੱਕ ਬਣੀਆਂ, ਜੋ ਕਿ ਸਿਰਫ ਐਂਡ ਸਿਰਫ ਕਿਹਦੇ ਨਾਲ ਰਿਲੇਟ ਕਰਦੀਆਂ, ਬੁੱਧਿਜ਼ਮ ਨਾਲ। ਬਟ ਐਲੋਰਾ ਉਹ ਮੋਨੋਲਿਥਿਕ ਕੇਵਸ ਹੈ ਜੋ ਤਿੰਨੋਂ ਧਰਮ ਨਾਲ ਰਿਲੇਟ ਕਰਦੀਆਂ, ਬੁੱਧਿਜ਼ਮ, ਹਿੰਦੂ ਐਂਡ ਜੈਨਿਜ਼ਮ। ਕਿੰਨੇ ਬਣਵਾਇਆ ਸੀ ਇਹਨੂੰ, ਰਾਸ਼ਟਰਕੂਟਾ ਡਾਇਨੈਸਟੀ ਨੇ ਬਣਵਾਇਆ ਸੀ ਹਿੰਦੂ ਐਂਡ ਬੁੱਧਿਸਟ ਕੇਵਸ, ਐਂਡ ਯਾਦਵਾ ਡਾਇਨੈਸਟੀ ਨੇ ਬਣਾਇਆ ਸੀ ਜੈਨ ਕੇਵਸ। ਐਂਡ 1983 ਦੇ ਵਿੱਚ ਇਹਨੂੰ ਟੈਗ ਮਿਲਿਆ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ। ਠੀਕ ਹੈ, ਅਜੰਤਾ ਐਂਡ ਐਲੀਫੈਂਟਾ ਕੇਵਸ ਦੇ ਹਲੇ ਕੁਐਸਚਨਸ ਆਉਣਗੇ ਅੱਗੇ ਜਾ ਕੇ, ਸੋ ਆਪਾਂ ਹੋਰ ਡਿਟੇਲ ਡਿਸਕਸ ਕਰਾਂਗੇ। ਬਟ ਭੀਮਬੇਟਕਾ ਕੇਵਸ
भीमबेटका केव जिवें मैं तुहानूं दस्सिया कि भीमबेटका केव्स एक विंध्या रेंज दी जो मध्य प्रदेश दे विच है, विंध्या रेंज दी फुट हिल्स दे विच है। दीज आर दी 5 क्लस्टर एंड ये किस टाइम नूं शो करदे है? ये शो करदे है आदि मानव के टाइम नूं, मीजोलिथिक टाइम ऑफ हिस्टोरिक पीरीयड। सो भीमबेटका काफ़ी पुरानियां जो सिविलाइजेशन है उन्होंने दिखाती है। अजंता एंड एलोरा एंड एलीफेंटा, ये तीनों केव्स का अपने चो इहदे चो आंसर आना सी एलोरा केव्स। ओके, देन सेकंड क्वेश्चन, विच ऑफ द फॉलोइंग इज नोन एज सैवन पगोड़ा? सैवन पगोड़ा, ध्यान नाल सुनना क्वेश्चन नूं। ऑप्शंस आर पटाडकल टैंपल्स, महाबलीपुरम टैंपल्स, एलिफेंटा केव टैंपल्स एंड कोणार्क सन टैंपल। सो क्वेश्चन एक ये भी हुण एक चीज़ मैं इस क्वेश्चन से भी दसूँगा जो आप पहला तो करते आ रहे हैं, जिंदे आप क्या कि रिवीजन प्रैक्टिस के नाल नाल एक होर मैं दसूँगा कि कंटीन्यूएशन मैं थोड़ा सी किया सी ना, तो एक सी है कंसनट्रेशन ड्यूरिंग स्टडी ऑल्सो, कंसनट्रेशन ड्यूरिंग एग्जाम ऑल्सो। कंसनट्रेशन मीनस कि तुसी उस क्वेश्चन नूं ध्यान नाल पढ़ना है, ये नहीं करना कईयां दे दिमाग दे विच ये आया होएगा जदों ही आ पढ़िया वट विच ऑफ द फॉलोइंग इज नोन एज सैवन पगोड़ा, ये तो कोणार्क सन टैंपल आएगा। बट ध्यान देना है कि इनका आंसर कोणार्क सन टैंपल है। दोबारा सोच लो, पगोड़ा आ गया ठीक है, लेकिन तुसी कंप्लीट पढ़ना है कि इनू सैवन पगोड़ा पूछा गया है। इन्हां सारे साइट्स चों सैवन पगोड़ाज किनू किया जाता है? सो 5 4 3 2 1, टाइम इज ओवर। आंसर इज महाबलीपुरम टैंपल। इट इज़ सैवन पगोड़ा। जो आप डिस्कस किया सी महाबलीपुरम टैंपल, आप ये क्या सी कि लोकेशन का नाम की है ममल्लापुरम। इन्होंने दोनों का जो मतलब ही की गिनिया जाता है, मतलब गिनिया जाता है द सिटी ऑफ सैवन टैंपल्स एंड साउथ इंडिया स्पैशली टैंपल नूं की किया जाता है, ईस्ट इंडिया के भी तो साउथ इंडिया पगोड़ा। एंड जिमें मैं तुहानूं कहा कि थोड़ा फर्स्ट दिमाग च आया होएगा कि पगोड़ा है तो कोणार्क सन टैंपल। दिस इज़ ब्लैक पगोड़ा, नॉट सैवन पगोड़ा, दिस इज़ ब्लैक पगोड़ा, दैट इज़ कोणार्क सन टैंपल। बट दी ट्रू आंसर इज़ सैवन पगोड़ा। किनू किया जाता है, किहड़ी लोकेशन नूं? महाबलीपुरम या ममल्लापुरम नूं। सो अगर आप ऑप्शंस की गल करिए, पटाडकल टैंपल्स डिटेल डिस्कस करांगे आप आने वाली स्लाइड्स के विच, एलीफेंटा केव्स बारे भी पढ़ांगे एंड कोणार्क सन टैंपल बारे भी आप पढ़ांगे। सो उस तो पहला जिवें मैं तुहानूं दस्सिया, तुहानूं पता होना चाहिए कि ये एक किस फॉर्म दे विच है? चैरियट की फॉर्म दे विच है ना। ईस्टर्न गंगा डायनेस्टी याद आनी चाहिए थोनों, क्योंकि जो ही तुसी कोणार्क सन टैंपल की गल की तो थोनों पूरी उड़ीसा का याद आना चाहिए। उड़ीसा मीनस उत्कल, उस जगह पर किहड़ी डायनेस्टी सी? ईस्टर्न गंगा डायनेस्टी। इस तरह ये सारे क्वेश्चन तो है, तुसी ऑप्शंस नूं रिलेट कर सकते हो। जिन्नी ज़्यादा थोनों ऑप्शंस की डिटेल पता है, थोनों उन्ना ही ईजी होएगा किहड़े ऑप्शंस नूं रिजैक्ट करन दा। एंड जो जिहड़े मिनीमम अगर थोड़ी तैयारी अच्छी है, अगर तुसी टॉपिक भी पढ़े है, तुसी उहदी रिवीजन भी की है, दैन तुसी उहदी प्रैक्टिस भी की है, दैन थोनों चार चों तुसी रिजैक्ट करते करते सीधे एक ते आ जाओगे। इन्हां तिन्नां चों टॉपिक, उनकी रिवीजन एंड उनकी प्रैक्टिस, तिन्नां चों एक चीज़ की भी कमी है तो तुसी दो ऑप्शनस दे विच जो दो ऑप्शन है उस दे विच तुसी फस सकते हो। सो इस तो निकलन लई सब तो वधिया तरीका जो मैं तुहानूं दस्सिया है वो तरीका यही है कि टॉपिक पढ़ो, दैन उनकी रिवीजन करो एंड दैन उनकी प्रैक्टिस करो। थर्ड क्वेश्चन वेरी वेरी इंपोर्टेंट। ये क्वेश्चन जो है ये यूपीएससी एग्जाम चो लिता गया है, काफ़ी बारी पूछा गया उस क्वेश्चन। द इमेज ऑफ नटराजा, नटराज भी कह देंगे है, द लॉर्ड ऑफ डांस इज़ ए सुपरब मास्टर पीस ऑफ द पीरीयड ऑफ। किहड़े पीरीयड का है नटराज की इमेज? सो फर्स्ट इज़ चोला एंपायर, सैकेंड इज़ पांड्या, थर्ड इज़ होयसाला एंड फोर्थ इज़ चालुक्य। सो ABCD, टेल मी दी करेक्ट आंसर। करेक्ट आंसर इज़ चोला। सो ये बहुत ही इंपोर्टेंट रहिंदा है। आ थोड़े सामने नटराज की एक फिगर दिखाई गई है, दिस इज़ द लॉर्ड ऑफ डांस, शिव जी का ही रूप दिखाया गया लॉर्ड शिवा का। सो नटराज दैट इज़ ये काफ़ी बारी इस तरह का क्वेश्चन पूछा जाता है। इस तरह की जो इमेज है ये मेन रिलेट करती है साउथ इंडिया के चोला एंपायर्स नाल।
ਨੈਕਸਟ ਕੁਐਸਚਨ ਥੋੜਾ ਹੁਣ ਆਪਾਂ ਸਟੇਟਮੈਂਟ ਵਾਲੇ ਕੁਐਸਚਨ ਤੇ ਆਨੇ ਆ। ਇਦਾਂ ਦੇ ਕੁਐਸਚਨ ਜੋ ਹੈ ਉਹ ਪੀਪੀਐਸਸੀ ਦੇ ਫੇਵਰੇਟ ਟੌਪਿਕ ਰਹਿੰਦੇ ਆ ਇਦਾਂ ਦੇ ਸਟੇਟਮੈਂਟ ਵਾਲੇ ਕੁਐਸਚਨ। ਸੋ ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ। ਫਰਸਟ ਸਟੇਟਮੈਂਟ ਇਜ਼ चार साथ योगिनी टेम्पल इज लोकेटेड इन खजुराहो। सैकेंड स्टेटमेंट सुदामा केव्स इज लोकेटेड इन उड़ीसा। सो ध्यान नाल पढ़ो, इस चीज़ को समझो कि की कहना चाह रहे हैं। फर्स्ट स्टेटमेंट है कि चार सात योगिनी टेम्पल खजुराहो दे विच है एंड सैकेंड है सुदामा केव उड़ीसा दे विच है। आंसर है कि फर्स्ट स्टेटमेंट सही है, सैकेंड आंसर है कि सैकेंड स्टेटमेंट सही है, सी आंसर है कि दोनों ही सही है एंड डी है कि दोनों ही गलत है। सो ले सकते हो उसी 5 सेकंड। ओके, द करेक्ट आंसर इज 1 ओनली। सो करेक्ट आंसर की गल करिए खजुराहो। केड़ी जगह है खजुराहो? खजुराहो है छतरपुर डिस्ट्रिक्ट मध्य प्रदेश। टाइम पीरीयड सी इहदा 950 AD टू 1050 AD करवाया सी आपां। बिल्ड किया सी चंडेला डायनेस्टी ने एंड उसे जो खजुराहो केव्स या खजुराहो मंदिर है उन्ना ही एक टैंपल है चार सात योगिनी टैंपल। ठीक है, बट जो सुदामा केव्स है, सुदामा केव ये उड़ीसा दे विच नहीं पाए जाते। सुदामा केव्स जो है दिस इज़ द पार्ट ऑफ बाराबर केव्स विच इज़ इन द इंडियन स्टेट ऑफ बिहार। ये उड़ीसा इत्थे गलत है, इनका जो सही आंसर है वो है बिहार। एंड ये इनके बारे थोड़ा होर अगर आप डिस्कस करिए, ये बनवाए सी इंपीरियर अशोका ने 257 बैक सेंचुरी के BC दे विच इन्हूं बनवाया गया सीगा। सो सुदामा केव कित्थे है? बिहार दे विच। सो इन द राइट आंसर इज़ 1 ओनली। आ सुदामा केव की पिक दिखाई गई है, सुदामा केव इज़ इन दी बिहार। ओके, क्वेश्चन नंबर 5, कंसीडर दी फॉलोइंग स्टेटमेंट। हुण फिर स्टेटमेंट्स दित्तियां गई हैं। ये स्टेटमेंट दित्तियां गई हैं हुमायूं टॉम के बारे। द हुमायूं टॉम वाज बिल्ट बाय इंपीरियर विडो बीगा बेगम इन 570 एंड सैकेंड स्टेटमेंट इन 1990 हुमायूं टॉम्स वार डिक्लेयर्ड एज वर्ल्ड हैरीटेज साइट। सो देखो, जो मैं थोनों फर्स्ट लैक्चर दे विच एग्जाम्पल दिता सी, इस तरह के क्वेश्चन बहुत बनते हैं वर्ल्ड हैरीटेज साइट के। ये वर्ल्ड हैरीटेज साइट थोनों क्वेश्चन पूछा गया है हुमायूं टॉम। सो एक तो पूछा गया, फर्स्ट दिता गया थोनों कि हुमायूं टॉम का जो मकबरा है वो उस इंपीरियर दी मीनस हुमायूं की वाइफ बीगा बेगम ने बनवाया सी, या सैकेंड जो स्टेटमेंट कही गई है इनू 1990 के विच इनू यूनैस्को वर्ल्ड हैरीटेज साइट का जो टैग है वो मिलिया। सो 5 सेकंड लो, तुसी इहदा आंसर करो कि की हो सकता है। सो इहदा आंसर अगर मैं थोड़ी हैल्प करा, हुमायूं टॉम का आप डिटेल की सी, तुहानूं पता है हुमायूं टॉम दिल्ली दे विच है। 1570 ही ये बनाया गया सी, 1569-70 दे विच ये बनाया गया। एंड इनू किन्ने बनवाया? इनू जो है हुमायूं दी ही जो विडो है बीगा बेगम या हाजी बेगम किया जाता सी, उन्हें इसनूं बनवाया। सो करैक्ट आंसर की अगर आप गल करिए, करैक्ट आंसर इज़ 1 ओनली। क्योंकि जिन्ना तक हुण मैं तुहानूं थोड़ा दस्सिया उस तो पहले स्टेटमेंट बिल्कुल क्लीयर होंदी है कि 1570 दे विच किन्ने बनवाया? इंपीरियर ऐसे राजे की विडो बीगा बेगम ने। सैकेंड अगर तुहानूं याद होवे आपां ईयर वाइज वर्ल्ड हैरीटेज साइट कीतियां सी जो उन्होंने टैग मिलिया। सो जो अपना हुमायूं टॉम की अगर आप गल करिए, इट वाज नॉट 1990, इट वाज 1993 दे विच इनू यूनैस्को वर्ल्ड हैरीटेज साइट का टैग मिलिया। सो दी करैक्ट आंसर इज़ आंसर नंबर ए, दैट इज़ पहली स्टेटमेंट ठीक है, दूजी स्टेटमेंट गलत है। सो इदां दे क्वेश्चन आप किवें कर सकते हैं जो आपको उस साइट बारे टैंपल से भी इदां दे क्वेश्चन आएंगे। सो बाकी साइट्स जिवें आप हौली हौली नैशनल पार्क करांगे, वाइल्ड लाइफ डेंसिटी करांगे, सो उन्होंने सारिਆਂ ते आपको पता होना चाहिए कि ये सारे क्वेश्चन उदों आप कर सकते हैं जो आपको उस साइट की डिटेल का पता होवे। नैक्सट फिर एक स्टेटमेंट वाला क्वेश्चन है, कंसीडर दी फॉलोइंग स्टेटमेंट्स दोनों सब तो पहला देखो किंदे बारे है? ताजमहल बारे। द ताजमहल वाज डिक्लेयर्ड एज वर्ल्ड हैरीटेज साइट बाय यूनेस्को इन 2000। सेकेंड, इन 2007 यूनेस्को डेडिकेटेड इट एज वर्ल्ड हैरीटेज साइट। देखो दोनों चीज़ां सेम ही कह रही हैं,
क्वेश्चन ए बिल्कुल एक वन आंसर टाइप ही है, लेकिन एग्जामिनर ने उन्होंने स्टेटमेंट वाला बनाता। एंड दे एस क्वेश्चन सिंपली, देखो एस क्वेश्चन ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਸੀ ਕਿ ਇਨ ਵਿਚ ਈਅਰ ਤਾਜ ਮਹਿਲ ਵਾਸ ਡਿਕਲੇਅਰਡ ਐਜ਼ ਵਰਲਡ ਹੈਰੀਟੇਜ ਸਾਈਟ। ਲੇਕਿਨ ਕਾਫੀ ਐਗਜ਼ਾਮਸ ਦੇ ਵਿੱਚ ਲੈਵਲ ਵਧਾਉਣ ਵਾਸਤੇ ਉਹਨਾਂ ਨੂੰ ਸਟੇਟਮੈਂਟ ਵਾਈਜ਼ ਕੁਐਸਚਨ ਆਉਂਦਾ ਹੈ। ਐਂਡ ਸਟੇਟਮੈਂਟ ਵਾਈਜ਼ ਕੁਐਸਚਨ ਦੇਖਦੇ ਸਾਰੀ ਜੋ ਕੈਂਡੀਡੇਟ ਜੋ ਐਸਪਾਇਰੈਂਟ ਹੈ ਉਹ ਡਰ ਜਾਂਦੇ ਆ ਕਿ ਪਤਾ ਨਹੀਂ ਕੀ ਪੁੱਛਿਆ ਗਿਆ ਹੈ। ਲੇਕਿਨ ਕਈ ਵਾਰੀ ਉਹਨਾਂ ਸਟੇਟਮੈਂਟਸ ਦੇ ਵਿੱਚ ਆਨਸਰ ਉਹੀ ਹੁੰਦਾ ਜੋ ਵਨ ਪੁਆਇੰਟ ਆਨਸਰ ਹੁੰਦਾ ਹੈ। ਸੋ ਇਸ ਕੁਐਸਚਨ ਦੇ ਵਿੱਚ ਜਸਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਤਾਜ ਮਹਿਲ ਹੈ ਇਟ ਵਾਜ਼ ਵੈਨ ਡਿਕਲੇਅਰਡ ਐਜ਼ ਵਰਲਡ ਹੈਰੀਟੇਜ ਸਾਈਟ। ਸੋ ਅਗਰ ਤਾਜ ਮਹਿਲ ਅਗਰ ਕੀ ਤੁਸੀਂ ਪੜ੍ਹਿਆ ਹੀ ਹੋਇਆ, ਆਪਾਂ ਸਾਰੇ ਹੀ ਲੈਕਚਰ ਫਸਟ ਲੈਕਚਰ 'ਚ ਵੀ ਆਪਾਂ ਤਾਜ ਮਹਿਲ ਪੜ੍ਹਿਆ ਸੀਗਾ। ਸੋ ਉਹਦੇ 'ਚ ਆਪਾਂ ਦੇਖਿਆ ਸੀ ਕਿ ਤਾਜ ਮਹਿਲ ਨੂੰ 1983 ਦੇ ਵਿੱਚ ਟੈਗ ਮਿਲਿਆ ਸੀ, ਨਾ ਹੀ 2000 ਦੇ ਵਿੱਚ ਐਂਡ ਨਾ ਹੀ 2007 ਦੇ ਵਿੱਚ। ਸੋ ਦੀ ਆਂਸਰ ਵਿਲ ਬੀ ਨਨ ਆਫ ਦੀ ਅਬਵ। ਪਹਿਲੀ ਸਟੇਟਮੈਂਟ ਵੀ ਗਲਤ ਹੈ, ਦੂਜੀ ਸਟੇਟਮੈਂਟ ਵੀ ਗਲਤ ਹੈ, ਕਿਉਂਕਿ ਇਹਨੂੰ ਨਾ 2000 ਦੇ ਵਿੱਚ ਨਾ 2007 ਦੇ ਵਿੱਚ, ਇਹਨੂੰ 1983 ਦੇ ਵਿੱਚ ਵਰਲਡ ਹੈਰੀਟੇਜ ਸਾਈਟ ਦਾ ਜੋ ਟੈਗ ਹੈ ਉਹ ਇਹਨੂੰ ਮਿਲਿਆ। ਤਾਜ ਮਹਿਲ ਬਾਰੇ ਤੁਸੀਂ ਜਾਣਦੇ ਹੀ ਹੋ, ਕਿੰਨੇ ਬਣਵਾਇਆ? ਇੰਪੀਰੀਅਰ ਸ਼ਾਹਜਹਾਂ ਨੇ ਇਨ ਦੀ ਮੈਮਰੀ ਆਫ ਹਿਜ਼ ਥਰਡ ਵਾਈਫ ਬੇਗਮ ਮੁਮਤਾਜ ਮਹਿਲ। ਕਿਹੜੀ ਈਸਵੀ 'ਚ ਬਣਵਾਇਆ? 1631 ਈਸਵੀ 'ਚ ਬਣਵਾਇਆ। ਐਂਡ ਇਟ ਇਜ਼ ਦੀ ਵਨ ਆਫ ਦੀ 7 ਵੰਡਰਸ ਆਫ ਦੀ ਵਰਲਡ। 7 ਅਜੂਬੇ ਜੋ ਦੁਨੀਆ 'ਚ ਕਹੇ ਗਏ ਹੈ ਉਹਨਾਂ 'ਚੋਂ ਇਹ ਇੱਕ ਹੈ, ਦੈਟ ਇਜ਼ ਤਾਜ ਮਹਿਲ। 7 ਨੰਬਰ ਕੁਐਸਚਨ, ਵਿਚ ਟੈਂਪਲਸ ਆਰ ਨੋਨ ਫॉर देयर ਨਾਗਰ ਸਟਾਈਲ ਆਫ ਸਿੰਬੋਲਿਜ਼ਮ, ਇਰੋਟਿਕ ਫਿਗਰਸ ਐਂਡ ਸਕਲਪਚਰਸ। ਸੋ ਕਿ ਇਹਨਾਂ ਚਾਰਾਂ ਚੋਂ ਕਿਹੜੇ ਟੈਂਪਲ ਹੈ ਜਿਹੜੇ ਨਾਗਰ ਸਟਾਈਲ ਨਾਲ ਰਿਲੇਟ ਕਰਦੇ ਹੈ? ਨਾਗਰ ਸਟਾਈਲ। ਸੋ ਆਪਸ਼ਨਸ ਆਰ ਅਕਸ਼ਰਧਾਮ, ਖਜੁਰਾਹੋ, ਹੰਪੀ, ਅਜੰਤਾ ਕੇਵਸ। ਹੁਣ ਦੇਖੋ, ਹੁਣ ਮੈਂ ਇਸ ਕੁਐਸਚਨ ਤੁਹਾਡੀ ਫਿਰ ਉਸੇ ਤਰੀਕੇ ਨਾਲ ਉਸੇ ਚੀਜ਼ ਤੋਂ ਹੈਲਪ ਕਰੂੰਗਾ ਕਿ ਜਿਵੇਂ ਆਪਾਂ ਕਿਹਾ ਸੀਗਾ ਕਿ ਕਿਹੜੇ ਆਪਸ਼ਨਸ ਨੂੰ ਆਪਾਂ ਰਿਜੈਕਟ ਕਰ ਸਕਦੇ ਹਾਂ। ਸੋ ਸਹੀ ਆਨਸਰ ਤੋਂ ਜਾਣ ਤੋਂ ਪਹਿਲਾਂ ਇਸ ਕੁਐਸਚਨ ਨੂੰ ਆਪਾਂ ਕਿਵੇਂ ਕਰਾਂਗੇ? ਦੇਖੋ, ਕੁਐਸਚਨ ਐਗਜ਼ਾਮੀਨਰ ਪੁੱਛ ਰਿਹਾ ਹੈ ਇਹਨਾਂ ਚਾਰੋਂ ਸਾਈਟ ਤੋਂ ਕਿਹੜੀ ਉਹ ਸਾਈਟ ਹੈ ਜਿਹੜੀ ਆਪਦੀ ਨਾਗਰ ਸਟਾਈਲ ਨਾਲ ਫੇਮਸ ਹੈ, ਇਰੋਟਿਕ ਫਿਗਰਸ ਨਾਲ ਫੇਮਸ ਹੈ, ਇਰੋਟਿਕ ਫਿਗਰਸ ਐਂਡ ਸਕਲਪਚਰਸ ਨਾਲ ਫੇਮਸ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਅਕਸ਼ਰਧਾਮ ਆਪਾਂ ਕੀਤਾ ਸੀਗਾ ਕਿ ਇਹ ਗੁਜਰਾਤ ਦੇ ਵਿੱਚ ਵੀ ਟੈਂਪਲਸ ਹੈ, ਦਿੱਲੀ ਦੇ ਵਿੱਚ ਵੀ ਹੈ, ਹੋਰ ਵੀ ਕਾਫੀ ਜਗ੍ਹਾ 'ਤੇ, ਈਵਨ ਫੋਰਨ ਦੇ ਵਿੱਚ ਵੀ ਹੈ। ਇਹ ਕੋਈ ਇਤਿਹਾਸ ਨਾਲ ਰਿਲੇਟ ਜ਼ਿਆਦਾ ਨਹੀਂ ਕਰਦੇ, ਇਹ ਬਣਵਾਏ ਗਏ ਸੀ ਸਵਾਮੀ ਜੀ ਮਹਾਰਾਜ ਦੁਆਰਾ। ਸੋ ਬਣਵਾਏ ਗਏ ਸੀ ਤਾਂ ਨਾਗਰ ਸਟਾਈਲ ਜਾਂ ਕੋਈ ਆਪਾਂ ਰਾਜੇ ਮਹਾਰਾਜੇ ਦੀ ਗੱਲ ਕਰੀਏ ਉਸ ਨਾਲ ਇਹ ਘੱਟ ਰਿਲੇਟ ਕਰਦੇ ਹੈ। ਸੋ ਇਹ ਆਪਸ਼ਨ ਤਾਂ ਆਪਾਂ ਸਿੱਧਾ ਹੀ ਰਿਜੈਕਟ ਕਰ ਸਕਦੇ ਹਾਂ। ਅਜੰਤਾ ਕੇਵਸ ਆਪਾਂ ਨੂੰ ਪਤਾ ਹੈ ਕਿ ਇਹ ਤਾਂ ਜੋ ਹੈ ਉਹ ਮੇਨਲੀ ਬੁੱਧਿਸਟ ਮੋਨੂਮੈਂਟਸ ਹੈਗੇ ਹੈ, ਇਹਨਾਂ ਦਾ ਨਾਗਰ ਸਟਾਈਲ ਨਾਲ ਜਾਂ ਹੋਰ ਹੈ ਉਸ ਨਾਲ ਲਿੰਕ ਜ਼ਿਆਦਾ ਨਹੀਂ ਹੈ। ਹੁਣ ਰਹਿ ਗਈ ਆਪਸ਼ਨ 2, ਖਜੁਰਾਹੋ ਅਤੇ ਹੰਪੀ। ਹੁਣ ਤੁਸੀਂ ਦੇਖੋ, ਆਪਾਂ ਅਗਰ ਤੁਹਾਨੂੰ ਥੋੜ੍ਹਾ ਵੀ ਯਾਦ ਹੋਵੇ ਕਿ ਆਪਾਂ ਇੰਡੀਆ ਦੇ ਮੈਪ 'ਚ ਕੀਤਾ ਸੀ ਕਿ ਨਾਗਰ ਸਟਾਈਲ ਕਿੱਥੋਂ ਤੋਂ ਕਿੱਥੋਂ ਤੱਕ ਹੈ, ਦੈਨ ਵਿਸਾਰ ਸਟਾਈਲ ਕਿੱਥੋਂ ਤੋਂ ਕਿੱਥੋਂ ਤੱਕ ਹੈ, ਐਂਡ ਦ੍ਰਵਿੜਾ ਸਟਾਈਲ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੱਕ ਹੈ। ਸੋ ਉਹਦੇ 'ਚ ਆਪਾਂ ਦੇਖਿਆ ਸੀ ਹੰਪੀ ਆਪਾਂ ਨੂੰ ਅਗਰ ਪਤਾ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਕਰਨਾਟਕਾ ਦੇ ਵਿੱਚ ਗਿਣੇ ਜਾਂਦੇ ਆ ਹੰਪੀ। ਸੋ ਕਰਨਾਟਕਾ ਦੇ ਸਾਈਡ ਦੇ ਜੋ ਟੈਂਪਲ ਹੈ ਉਹ ਹੈ ਵਿੰਧਿਆਚਲ ਤੋਂ ਲੈ ਕੇ ਕ੍ਰਿਸ਼ਨਾ ਰਿਵਰ ਦੇ ਵਿੱਚ। ਸੋ ਇਟ ਮੀਨਸ ਕਿ ਇਸ ਜਗ੍ਹਾ 'ਤੇ ਜੋ ਟੈਂਪਲ ਆਉਣਗੇ ਉਹ ਨਾਗਰ ਸਟਾਈਲ ਦੇ ਤਾਂ ਨਹੀਂ ਹੋ ਸਕਦੇ, ਉਹ ਵਿਸਾਰ ਸਟਾਈਲ ਦੇ ਜ਼ਰੂਰ ਹੋ ਸਕਦੇ ਹੈ। ਸੋ ਮੈਂ ਤੁਹਾਨੂੰ ਇੱਕ ਤਰੀਕਾ ਦੱਸਿਆ ਕਿ ਤੁਸੀਂ ਬਾਕੀ ਆਪਸ਼ਨਸ ਨੂੰ ਰਿਜੈਕਟ ਕਰਕੇ ਵੀ ਸਹੀ ਆਨਸਰ 'ਤੇ ਆ ਸਕਦੇ ਹੋ, ਪ੍ਰੋਵਾਈਡਡ ਅਗਰ ਤੁਹਾਨੂੰ ਵੈਸੇ ਹੀ ਉਸ ਸਾਈਟ ਦਾ ਪਤਾ ਹੈ, ਦੈਟ ਇਜ਼ ਦੀ ਬੈਸਟ ਆਪਸ਼ਨ। ਬਟ ਅਗਰ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਬਾਰੇ ਪਤਾ ਹੈ, ਦਿਸ ਇਜ਼ ਦੀ ਮੈਥਡ ਟੂ ਹਾਊ ਟੂ ਯੂ ਕੈਨ ਸੇ ਕਿ ਕਿੱਦਾਂ ਆਪਾਂ ਆਪਸ਼ਨ ਨੂੰ ਲੱਭ ਸਕਦੇ ਹਾਂ ਚਾਰਾਂ ਆਪਸ਼ਨ 'ਚੋਂ, ਅਗਰ ਆਪਾਂ ਨੂੰ ਚਾਰਾਂ ਆਪਸ਼ਨਸ ਦੀ ਜਾਂ 4 ਚੋਂ 3 ਆਪਸ਼ਨਸ ਦੀ ਵੀ ਡਿਟੇਲ ਬਾਰੇ ਪਤਾ ਹੈ। ਸੋ ਮੇਰਾ ਪਰਪਸ ਤੁਹਾਨੂੰ ਇਹੀ ਹੈ ਕਿ ਮੈਂ ਤੁਹਾਨੂੰ ਦੁਬਾਰਾ ਇਹ ਦੱਸਣਾ ਚਾਹੁੰਦਾ ਕਿ ਕਿਸੇ ਵੀ ਸਾਈਟ ਨੂੰ, ਕਿਸੇ ਵੀ ਟੌਪਿਕ ਨੂੰ ਤੁਸੀਂ ਡਿਟੇਲ 'ਚ ਪੜ੍ਹੋਗੇ ਤਾਂ ਉਨੀ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਲੀਸਟ ਪ੍ਰੋਬਲਮ ਆਏਗੀ। ਸੋ ਦੀ ਕਰੈਕਟ ਆਨਸਰ ਇਜ਼ ਖਜੁਰਾਹੋ।
ਆਪਾਂ ਵੈਸੇ ਵੀ ਲੱਭ ਲਿਆ ਸੀ ਖਜੁਰਾਹੋ, ਲੇਕਿਨ ਅਗਰ ਆਪਾਂ ਨੂੰ ਵੈਸੇ ਖਜੁਰਾਹੋ ਬਾਰੇ ਪਤਾ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਖਜੁਰਾਹੋ ਦੀਆਂ ਜੋ ਟੈਂਪਲ ਹੈ ਜਾਂ ਖਜੁਰਾਹੋ ਦੀਆਂ ਜੋ ਕੇਵਸ ਹੈ, ਤੁਹਾਨੂੰ ਮੈਂ ਦੱਸ ਚੁੱਕਿਆ ਕਿ ਇਟ ਇਜ਼ ਇਨ ਦੀ ਛਤਰਪੁਰ ਡਿਸਟ੍ਰਿਕਟ, ਚੰਡੇਲਾ ਡਾਇਨੈਸਟੀ ਨੇ ਬਣਵਾਈਆਂ ਸੀ। ਐਂਡ ਇਹ ਜੋ ਹੈ ਇਹ ਨਾਗਰ ਸਟਾਈਲ ਦੇ ਨਾਲ ਇਰੋਟਿਕ ਫਿਗਰਸ ਐਂਡ ਸਕਲਪਚਰਸ ਨੂੰ ਜੋ ਹੈ ਉਹ ਦਿਖਾਉਂਦੇ ਹੈ। ਕਈ ਵਾਰੀ ਇਤਰਾਜ਼ ਵੀ ਕੀਤਾ ਗਿਆ ਜੋ ਇੱਥੇ ਫਿਗਰਸ ਐਂਡ ਸਕਲਪਚਰ ਦਿਖਾਏ ਗਏ ਹੈ, ਇਹ ਇਤਰਾਜ਼ ਕੀਤਾ ਗਿਆ ਹੈ, ਲੇਕਿਨ ਉਦੋਂ ਇਹੀ ਦੱਸਿਆ ਗਿਆ ਕਿ ਇਹ ਧਰਮ ਨਾਲ ਰਿਲੇਟ ਕਰਦੇ ਹੈ, ਇਹ ਮਤਲਬ ਜੋ ਹੈ ਆਪਣੀ ਸੰਸਕ੍ਰਿਤੀ ਤੇ ਪਰੰਪਰਾ ਨਾਲ ਰਿਲੇਟ ਕਰਦੇ ਹੈ। ਖਜੁਰਾਹੋ ਮੱਧ ਪ੍ਰਦੇਸ਼। ਨਾਓ 8th ਨੰਬਰ ਕੁਐਸਚਨ, which temple site depict the fine Dravidian style of arc and architecture? ਸੋ ਸੇਮ ਆਨਸਰ, ਆਪਸ਼ਨ ਸੇਮ ਹੈ, ਇਹਨਾਂ 'ਚ ਤੁਸੀਂ ਆਨਸਰ ਲੱਭਣਾ ਹੈ। ਹੁਣ ਜੋ ਹੈ ਹੁਣ ਆਪਾਂ ਗੱਲ ਕਰ ਰਹੇ ਹਾਂ ਡਰਾਵਿਡਾ ਸਟਾਈਲ ਦੀ। द्रविड़ा स्टाइल दे अक्षरधाम, खजुराहो, हम्पी एंड अजंता केव्स। सो द्रविड़ा स्टाइल जो है इनका आंसर, इनू मैं ज़्यादा डिटेल्स नहीं जाऊँगा क्योंकि चारों ऑप्शन आप डिस्कस कर चुके हैं, ये है हम्पी। सो हम्पी के जो मंदिर है, हुण तुसीं जो आप हुणे करके आए हैं कि ये विसारा स्टाइल दे है या करनाटका जो है, करनाटका कृष्णा रिवर की अगर आप गल करिए, आप कह रहे थे कि विंध्याचल पर्वत तो लैके कृष्णा रिवर तक मेनली जो है वो विसार स्टाइल है। बट कुछ टैंपल्स जिमें कि करनाटका दे विच अगर आप विरूपक्षा टैंपल की गल करिए या बाकी टैंपल्स की गल करिए, बहुत सारे टैंपल द्रविड़ा स्टाइल नाल भी रिलेट करते हैं। उन्होंने चो एक है हम्पी, बिकॉज हम्पी आर दी ग्रुप ऑफ मोनूमेंट्स। सो डिफरेंट मोनूमेंट्स डिफरेंट स्टाइल दिखा रहे हैं। हिंदू टैंपल की गल करिए तो हम्पी केव्स दे विच हनुमान जी का बर्थ होया है ना। बट अगर आप होर इन्हां दे जो टैंपल्स की गल करिए तो वो टैंपल्स किहड़े फॉर्म नूं दिखाते हैं, द्रविड़ा फॉर्म नूं, दैट इज़ हम्पी। सो द्रविड़ा अक्षरधाम दे विच हो नहीं सकता। खजुराहो दे विच आपां पहलां ही करके आ चुके हैं कि नागर स्टाइल है। एंड अजंता केव जो है ये तो वैसे भी बुद्धिस्ट केव्स है जो 200 बैक सेंचुरी टू 600 AD नूं दिखा रही है। एंड जो अपने हम्पी है, द राइट आंसर विल बी दी हम्पी, जो कि द्रविड़न स्टाइल के टैंपल नूं भी शो करते हैं। 9th नंबर क्वेश्चन, नेम द हेरिटेज साइट कंसिस्ट ऑफ फाइनेस्ट मास्टरपीस ऑफ 31 रो कट बुद्धिस्ट केव मोनूमेंट्स, पेंटिंग एंड स्क्रप्चर। इन्हां हेठ लिखे चों साइट्स चों वो किहड़ी वर्ल्ड हैरीटेज साइट है जो कि कंसिस्ट कर रही है, जो की नूं शो कर रही है 31 रो कट बुद्धिस्ट केव मोनूमेंट। सो इनका आंसर अगर आप गल करिए ऑप्शंस दी, इनका आंसर अजंता केव्स, खजुराहो, हम्पी या एलोरा केव्स की हो सकता है। सिर्फ बुद्धिस्ट दिखा रहे हैं, एलोरा केव नहीं हो सकता, बिकॉज एलोरा केव आप करके आए हैं, हिंदू भी है, बुद्धिस्ट भी है, जैनिज़म भी है। हम्पी इन्हां नाल रिलेट नहीं करता। दी राइट आंसर पहला टॉपिक ही आप अजंता केव्स का किया सी। अजंता केव्स बारे थोनों पता होना चाहिए कि इट इज़ इन दी सिचुएटेड इन औरंगाबाद डिस्ट्रिक्ट। सो इनका राइट आंसर अगर मैं दसा अजंता केव ही है। ये अजंता केव की पिक तुसीं देख सकते हो, जिमें कि थोनों वार दसिया 200 BC टू 600 AD। एंड दीज आर दी बुद्धिस्ट केव्स विच आर 31 रोक एडिक्ट जो है। एलोरा केव्स तो आप कहते ना, दीज आर मोनोलिथिक केव्स, ये तो मोनोलिथिक है, एक पत्थर नूं कट के बनाए गए हैं। लेकिन डिफरेंट 31 जो रोक कट बुद्धिस्ट केव है वो है अजंता केव्स। ठीक है, किनू कौन प्रोटेक्ट करता है इनू? आर्कियोलॉजिकल सर्वे ऑफ इंडिया। आर्कियोलॉजिकल सर्वे ऑफ इंडिया आप फस्ट वीडियो के मैं थोड़ा पूछा सी कि हु इज़ दी डायरैक्टर जनरल। उस टाइम पर जो डायरैक्टर जनरल ASI की गल कर रहे हैं आप, आर्कियोलॉजिकल सर्वे ऑफ इंडिया। उस टाइम पर जो आर्कियोलॉजिकल सर्वे ऑफ इंडिया के डायरैक्टर जनरल सी वो सी मैडम उषा शर्मा। बट लास्ट वीक इनके जो है न्यू डायरैक्टर जनरल आए है। न्यू डायरैक्टर जनरल का नाम तुसीं कमेंट बॉक्स के लिखना है। दोबारा फिर दस रहा, शी इज़ नाउ नोट मैडम उषा शर्मा। कौन ने नवें उन्होंने का नाम जो है वो कमेंट बॉक्स में लिखना है। 10th क्वेश्चन, विच वर्ल्ड हैरीटेज साइट वाज बिल्ट बाय किंग नरसिम्हा देव, वन ऑफ ईस्टर्न गंगा डायनेस्टी। इन्हां चारां चों वो किहड़े जो टैंपल या किहड़ा साइट है जिन्हों किंग नरसिम्हा देव वन ने, जो कि ईस्टर्न गंगा डायनेस्टी तो बिलोंग करते सी, बनवाया सी। ऑप्शंस आर बोध गया, खजुराहो, हम्पी, सन टैंपल। सो फिर वही गल करांगे कि अगर
ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜੋ, ਕੁਐਸਚਨ ਦੇ ਵਿੱਚ ਹੀ ਉਹਦਾ ਆਨਸਰ ਛੁਪਿਆ ਹੋਇਆ ਹੈ। ਈਸਟਰਨ ਗੰਗਾ ਡਾਇਨੈਸਟੀ, ਈਸਟਰਨ ਗੰਗਾ ਡਾਇਨੈਸਟੀ ਕਿਸ ਜਗ੍ਹਾ ਤੇ ਸੀ? ਉਤਕਲ। ਉਤਕਲ ਕੀ ਹੈ? ਉੜੀਸਾ। ਸੋ ਬੋਧ ਗਿਆ ਕੀ ਇਹ ਉੜੀਸਾ ਦੇ ਵਿੱਚ ਹੈ? ਖਜੁਰਾਹੋ ਕਿਹੜੀ ਜਗ੍ਹਾ ਹੈ? ਹੰਪੀ ਕਿਹੜੀ ਜਗ੍ਹਾ ਹੈ? ਸਨ ਟੈਂਪਲ ਕਿਹੜੀ ਜਗ੍ਹਾ ਹੈ? ਸੋ ਰਾਈਟ ਆਨਸਰ ਮੈਂ ਤੁਹਾਨੂੰ ਇਨਡਾਇਰੈਕਟਲੀ ਦੱਸ ਚੁੱਕਿਆ, ਦੀ ਰਾਈਟ ਆਨਸਰ ਇਜ਼ ਸਨ ਟੈਂਪਲ। ਸਨ ਟੈਂਪਲ ਦੈਟ ਇਜ਼ ਇਨ ਦੀ ਉੜੀਸਾ। ਸਨ ਟੈਂਪਲ। ਬਾਕੀ ਦੀ ਗੱਲ ਕਰੀਏ, ਬੋਧ ਗਿਆ, ਬੋਧ ਗਿਆ ਕਿਹੜੀ ਜਗ੍ਹਾ ਹੈ? ਬਿਹਾਰ ਦੇ ਵਿੱਚ। ਖਜੁਰਾਹੋ ਆਪਾਂ ਕਰਕੇ ਆ ਚੁੱਕੇ ਹਾਂ, ਮੱਧ ਪ੍ਰਦੇਸ਼ ਦੇ ਵਿੱਚ। ਐਂਡ ਹੰਪੀ ਕਰਨਾਟਕਾ 'ਚ। ਐਂਡ ਸਨ ਟੈਂਪਲ ਜਿਵੇਂ ਕਿ ਤੁਸੀਂ ਜਾਣਦੇ ਹੋ, ਇਟ ਇਜ਼ ਇਨ ਦੀ ਮਹਾਨਦੀ ਡੈਲਟਾ ਇਨ ਦੀ ਪੂਰੀ ਡਿਸਟ੍ਰਿਕਟ ਆਫ ਉੜੀਸਾ। 13th ਸੈਂਚਰੀ ਦੇ ਵਿੱਚ ਇਹਨੂੰ ਕਿੰਗ ਨਰਸਿਮਾ ਦੇਵ I ਨੇ ਬਣਵਾਇਆ, ਜੋ ਕਿ ਈਸਟਰਨ ਗੰਗਾ ਡਾਇਨੈਸਟੀ ਨਾਲ ਰਿਲੇਟ ਕਰਦੇ ਸੀ। ਕੀ ਕਿਹਾ ਜਾਂਦਾ ਇਹਨੂੰ? ਇਹਦਾ ਮੇਨ ਨਾਮ ਕਿਸ ਤੋਂ ਜਾਣਿਆ ਜਾਂਦਾ ਹੈ? ਬਲੈਕ ਪਗੋੜਾ। ਐਂਡ ਇਹ ਇੱਕ ਰੱਥ ਦੀ ਫੋਰਮ ਦੇ ਵਿੱਚ ਹੈ, ਜਿੰਦੇ 24 ਜੋ ਹੈ ਉਹ ਵੀਲਸ ਹੈ। 24 ਵੀਲਸ ਐਂਡ 6 ਹੋਰਸਿਸ ਦੀ ਸ਼ੇਪ ਦੇ ਵਿੱਚ ਇਹ ਜੋ ਹੈ ਉਹ ਬਣਾਇਆ ਗਿਆ ਹੈ। ਦੈਟ ਇਜ਼ ਸਨ ਟੈਂਪਲ, ਦੈਟ ਇਜ਼ ਬਲੈਕ ਪਗੋੜਾ ਇਨ ਉੜੀਸਾ। ਨੈਕਸਟ ਚਲਦੇ ਹਾਂ। ਵਿਚ ਵਾਜ਼ ਜਾਂ ਵਟ ਵਾਜ਼ ਬਿਲਟ ਬਾਈ ਇੰਪੀਰੀਅਰ ਸ਼ਾਹਜਹਾਂ ਵੈਨ ਹੀਜ਼ ਸ਼ਿਫਟਿਡ ਹੀਜ਼ ਕੈਪੀਟਲ ਫਰੋਮ ਆਗਰਾ ਟੂ ਦਿੱਲੀ। ਇੰਪੀਰੀਅਲ ਸ਼ਾਹਜਹਾਂ, ਸ਼ਾਹਜਹਾਂ ਦੁਆਰਾ ਕੀ ਚੀਜ਼ ਬਣਵਾਈ ਗਈ ਜਦੋਂ ਕਿ ਉਹਨੇ ਆਪਦੀ ਕੈਪੀਟਲ ਆਗਰਾ ਤੋਂ ਦਿੱਲੀ ਟਰਾਂਸਫਰ ਕੀਤੀ? ਹੁਣ ਕਈ ਵਾਰੀ ਆਪਾਂ ਕੀ ਕਰਦੇ ਹਾਂ, ਉਹੀ ਕੰਸਨਟ੍ਰੇਸ਼ਨ ਦੀ ਗੱਲ ਆ ਜਾਂਦੀ ਹੈ। ਜਦੋਂ ਹੀ ਦੇਖਿਆ ਕਿ ਇੰਪੀਰੀਅਲ ਸ਼ਾਹਜਹਾਂ, ਨਾਲ ਲਗਾਤਾ ਤਾਜ ਮਹਿਲ। ਬਟ ਦੇਖੋ ਕੁਐਸਚਨ ਕੀ ਕਹਿ ਰਿਹਾ ਹੈ? ਕੁਐਸਚਨ ਕਹਿ ਰਿਹਾ ਇੰਪੀਰੀਅਲ ਸ਼ਾਹਜਹਾਂ ਨੇ ਕਿਹੜੀ ਚੀਜ਼ ਬਣਵਾਈ, ਕਿਹੜੀ ਸਾਈਟ ਬਣਵਾਈ ਜਦੋਂ ਉਹਨੇ ਆਪਦੀ ਜੋ ਕੈਪੀਟਲ ਹੈ ਉਹ ਆਗਰਾ ਤੋਂ ਦਿੱਲੀ ਸ਼ਿਫਟ ਕੀਤੀ। ਯਾਨੀ ਕਿ ਆਗਰਾ ਤੋਂ ਸ਼ਿਫਟ ਕਰਕੇ ਦਿੱਲੀ ਕੀਤੀ, ਦਿੱਲੀ 'ਚ ਕੁਝ ਬਣਵਾਇਆ ਤਾਂ ਤਾਜ ਮਹਿਲ ਤਾਂ ਨਹੀਂ ਹੋ ਸਕਦਾ। ਤਾਜ ਮਹਿਲ ਆਊਟਰਾਈਟਲੀ ਰਿਜੈਕਟ ਕਰੋ, ਠੀਕ ਹੈ। ਫਤਿਹਪੁਰ ਸਿਕਰੀ ਦਿੱਲੀ 'ਚ ਨਹੀਂ ਹੈ, ਰਿਜੈਕਟ ਕਰੋ, ਠੀਕ ਹੈ। ਸੋ ਕੁਤੁਬ ਮੀਨਾਰ ਹੈ ਜਾਂ ਰੈੱਡ ਫੋਰਟ ਹੈ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁਤੁਬ ਮੀਨਾਰ ਕਿੰਨੇ ਬਣਵਾਈ ਸੀ ਐਂਡ ਰੈੱਡ ਫੋਰਟ ਕਿੰਨੇ ਬਣਵਾਇਆ ਸੀ। ਕੁਤੁਬ ਮੀਨਾਰ ਕਿੰਨੇ ਬਣਵਾਈ? ਕੁਤੁਬਦੀਨ ਏਬਕ ਐਂਡ ਇਲਤੁਤਮਿਸ਼। ਸੋ ਆਂਸਰ ਵਿਲ ਬੀ the answer will be red fort। ਸੋ ਜੋ ਲਾਲ ਕਿਲਾ ਸੀ, ਲਾਲ ਕਿਲਾ ਦਾ ਨਿਰਮਾਣ ਇੰਪੀਰੀਅਰ ਸ਼ਾਹਜਹਾਂ ਨੇ ਕਰਵਾਇਆ ਜਦੋਂ ਉਹਨੇ ਆਪਦੀ ਕੈਪੀਟਲ ਆਗਰਾ ਤੋਂ ਸ਼ਾਹਜਹਾਨਾਬਾਦ, ਜੋ ਕਿ ਦਿੱਲੀ ਦੇ ਵਿੱਚ ਹੀ ਹੈ, ਸ਼ਾਹਜਹਾਨਾਬਾਦ ਬਾਅਦ ਉਸੇ ਨੂੰ ਨਾਮ ਦਿੱਤਾ ਗਿਆ। ਸੋ ਆਗਰਾ ਟੂ ਦਿੱਲੀ ਜਦੋਂ ਸ਼ਿਫਟ ਕੀਤੀ, ਰਾਈਟ ਆਂਸਰ ਇਜ਼ ਰੈੱਡ ਫੋਰਟ। ਨੈਕਸਟ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਲਾਰਜੈਸਟ ਸਟੋਨ ਸਟਰਕਚਰ ਇਨ ਇੰਡੀਆ? ਵੈਰੀ ਵੈਰੀ ਇੰਪੋਰਟੈਂਟ, ਬਹੁਤ ਵਾਰੀ ਇਹ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਵਿਚ ਆਫ ਦੀ ਫੋਲੋਇੰਗ ਇਜ਼ ਲਾਰਜੈਸਟ ਸਟੋਨ ਸਟਰਕਚਰ। ਲਾਰਜੈਸਟ ਪੁੱਛਿਆ ਜੀ, ਲਾਰਜੈਸਟ ਸਟੋਨ ਸਟਰਕਚਰ। ਸੋ ਕੁਤੁਬ ਮੀਨਾਰ, ਫਤਿਹਪੁਰ ਸਿਕਰੀ, ਸਾਂਚੀ ਜਾਂ ਤਾਜ ਮਹਿਲ। ਇਹਨਾਂ ਚਾਰਾਂ ਚੋਂ ਕੀ ਹੋਏਗਾ? ਇਹਨਾਂ ਚਾਰਾਂ ਚੋਂ ਆਨਸਰ ਦਿਓ। 5 ਸੈਕਿੰਡਸ ਹੈ ਤੁਹਾਡੇ ਕੋਲ। ਸੋ ਦੀ ਰਾਈਟ ਆਂਸਰ ਇਜ਼ ਸਾਂਚੀ ਸਤੂਪਾ। ਸਾਂਚੀ ਸਤੂਪਾ, ਜਿਹਨੂੰ ਕਿ ਆਪਾਂ ਬੁੱਧਿਸਟ ਮੋਨੂਮੈਂਟ ਵੀ ਕਹਿੰਦੇ ਆ। ਬੁੱਧਿਸਟ ਮੋਨੂਮੈਂਟ ਕਿੱਥੋਂ ਦੇ? ਮੱਧ ਪ੍ਰਦੇਸ਼ ਦੇ। ਸੋ ਸਾਂਚੀ ਸਤੂਪਾ ਇਜ਼ ਦੀ ਓਲਡੈਸਟ ਸਟੋਨ ਸਟਰਕਚਰ ਇਨ ਇੰਡੀਆ। ਨੈਕਸਟ ਕੁਐਸਚਨ, next question is 13 number, the Brihadishwara temple and the Aryavateshwara temple are the part of which heritage site? ਸੋ ਇਹ ਹੁਣ ਥੋੜੀ ਜਿਹੀ ਆਪਾਂ ਹੋਰ ਜ਼ਿਆਦਾ ਜਦੋਂ ਆਪਾਂ ਡਿਟੇਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਪਾਂ ਨੂੰ ਪਤਾ ਲੱਗਦਾ ਹੈ ਇਹਨਾਂ ਚਾਰੋਂ ਸਾਈਡ ਦੀ ਤੁਹਾਨੂੰ ਕੰਪਲੀਟ ਡਿਟੇਲ ਪਤਾ ਹੋਣੀ ਚਾਹੀਦੀ ਹੈ ਇਹ ਕੁਐਸਚਨ ਦੱਸਣ ਵਾਸਤੇ। ਬ੍ਰਿਹਦੇਸ਼ਵਰਾ ਟੈਂਪਲ ਐਂਡ ਆਰਿਆਵਤੇਸ਼ਵਰਾ ਟੈਂਪਲ ਆਰ ਦੀ ਪਾਰਟ ਆਫ ਵਿਚ ਹੈਰੀਟੇਜ ਸਾਈਟ? ਪਟਾਡਕਲ ਟੈਂਪਲਸ, ਐਲੋਰਾ ਟੈਂਪਲਸ, ਚੋਲਾ ਟੈਂਪਲਸ ਐਂਡ ਖਜੁਰਾਹੋ ਟੈਂਪਲਸ। ਦੱਸੋ ਇਹਦੇ 'ਚ ਕੀ ਹੋ ਸਕਦਾ ਹੈ? ਦਿਸ ਕੁਐਸਚਨ ਇਜ਼ ਦੀ ਕੰਬੀਨੇਸ਼ਨ ਆਫ ਆਵਰ ਟੋਪਿਕ ਨੰਬਰ 1 ਐਂਡ ਟੋਪਿਕ ਨੰਬਰ 2। ਟੋਪਿਕ ਨੰਬਰ 1 ਵਰਲਡ ਹੈਰੀਟੇਜ ਸਾਈਟ, ਟੋਪਿਕ ਨੰਬਰ 2 ਟੈਂਪਲਸ ਆਫ ਇੰਡੀਆ। ਇਹਨਾਂ ਨੇ ਪੁੱਛ ਲਿਆ ਕਿ ਬ੍ਰਿਹਦੇਸ਼ਵਰਾ ਟੈਂਪਲ ਐਂਡ ਆਇਰਾਟੇਸ਼ਵਰਾ ਟੈਂਪਲ ਇਹ ਦੋਨੋਂ ਕਿਹੜੀ ਸਾਈਟ ਨਾਲ ਰਿਲੇਟ ਕਰਦੇ ਹੈ। ਸੋ ਇਹ ਕਿਹੜੀ ਸਾਈਟ ਨਾਲ ਰਿਲੇਟ ਕਰਦੇ ਹੈ? ਅਗਰ ਤੁਹਾਨੂੰ ਇਹਦੇ 'ਚ ਹੁਣ ਤੁਸੀਂ ਦੇਖੋ ਟੈਂਪਲ ਦੇ ਵਿੱਚ ਆਪਾਂ ਬ੍ਰਿਹਦੇਸ਼ਵਰਾ ਟੈਂਪਲ ਡਿਟੇਲ 'ਚ ਕੀਤਾ ਸੀ ਐਂਡ ਬ੍ਰਿਹਦੇਸ਼ਵਰਾ ਟੈਂਪਲ ਆਪਾਂ ਕੀਤਾ ਸੀ ਕਿਹੜੀ ਲੋਕੇਸ਼ਨ 'ਤੇ ਹੈ? ਤਮਿਲਨਾਡੂ।
ਉਦੋਂ ਆਪਾਂ ਜਦੋਂ ਤਮਿਲਨਾਡੂ ਦੇ 7 ਜਾਂ 8 ਟੈਂਪਲ ਆਪਾਂ ਕੀਤੇ ਐਂਡ ਆਪਾਂ ਇਹ ਡਿਸਕਸ ਕੀਤਾ ਕਿ ਤਮਿਲਨਾਡੂ ਮੇਨ ਜੋ ਰਹਿੰਦਾ ਐਗਜ਼ਾਮੀਨਰ ਦਾ ਟੈਂਪਲਸ ਬਾਰੇ ਪੁੱਛਣ ਦਾ। ਸੋ ਅਗਰ ਤੁਹਾਨੂੰ ਉਹ ਚੀਜ਼ ਵੀ ਯਾਦ ਹੈ ਤਾਂ ਇੱਥੋਂ ਆਪਾਂ ਡਾਇਰੈਕਟਲੀ ਕਰ ਸਕਦੇ ਸੀ ਕਿ ਇਹਦਾ ਆਨਸਰ ਆਏਗਾ ਚੋਲਾ ਟੈਂਪਲਸ, ਬਿਕੋਜ਼ ਪਟਾਡਕਲ, ਐਲੋਰਾ ਐਂਡ ਖਜੁਰਾਹੋ ਇਹ ਤਮਿਲਨਾਡੂ 'ਚ ਨਹੀਂ ਹੈ। ਤਮਿਲਨਾਡੂ 'ਚ ਕਿਹੜਾ ਟੈਂਪਲ ਹੈ? ਬ੍ਰਿਹਦੇਸ਼ਵਰਾ ਟੈਂਪਲ, ਐਂਡ that was the part of Chola temples, and same is the Aryateshwara temple. 14th number question. Word 2/3 of which animal is approximately there in Kaziranga National Park? Word ਦਾ ਕਿਹੜਾ ਐਨੀਮਲ ਹੈ ਜਿੰਦੀ ਜੋ ਪੋਪੂਲੇਸ਼ਨ 2/3 ਪੋਪੂਲੇਸ਼ਨ ਯਾਨੀ ਕਿ 67% ਦੇ ਕਰੀਬ ਪੋਪੂਲੇਸ਼ਨ ਉਸ ਨੈਸ਼ਨਲ ਪਾਰਕ ਦੇ ਵਿੱਚ ਪਾਈ ਜਾਂਦੀ ਹੈ। ਕਿਹੜੇ ਨੈਸ਼ਨਲ ਪਾਰਕ ਦੇ ਵਿੱਚ? ਕਾਜ਼ੀਰੰਗਾ ਨੈਸ਼ਨਲ ਪਾਰਕ। ਕਾਜ਼ੀਰੰਗਾ ਨੈਸ਼ਨਲ ਪਾਰਕ ਤੁਹਾਨੂੰ ਪਤਾ ਹੀ ਹੈ, ਕਾਜ਼ੀਰੰਗਾ ਨੈਸ਼ਨਲ ਪਾਰਕ ਵਨ ਆਫ ਦੀ ਲਾਰਜੈਸਟ ਨੈਸ਼ਨਲ ਪਾਰਕ ਇਨ ਇੰਡੀਆ। ਕਿਹੜੀ ਲੋਕੇਸ਼ਨ 'ਤੇ ਹੈ? ਅਸਮ ਦੇ ਵਿੱਚ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ। ਸੋ ਅਸਮ ਦੀ ਸੇਮ ਐਨੀਮਲ ਇਜ਼ ਦੀ ਸਟੇਟ ਐਨੀਮਲ ਆਫ ਅਸਮ ਆਲਸੋ। ਦੀ ਐਨੀਮਲ ਇਜ਼ ਇੱਕ ਸਿੰਗ ਵਾਲਾ ਗੇਂਡਾ, ਵਨ ਹੋਰਨ ਰਾਈਨੋਸਰਸ। ਸੋ ਵਨ ਹੋਰਨ ਰਾਈਨੋਸਰਸ ਆਪਾਂ ਕੀਤਾ ਸੀ ਕਿ ਇਹ ਮੇਨਲੀ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਪਾਇਆ ਜਾਂਦਾ ਹੈ। ਐਂਡ ਈਵਨ ਵਰਲਡ ਦੇ 2/3 ਜੋ ਹੈ ਉਹ ਵਨ ਹੋਰਨ ਰਾਈਨੋਸਰਸ ਕਿੱਥੇ ਪਾਏ ਜਾਂਦੇ ਹੈ? ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ। ਨੈਕਸਟ ਆਉਂਦਾ ਜਿਸ ਤਰ੍ਹਾਂ ਵਰਲਡ ਦਾ ਲਾਰਜੈਸਟ ਜੋ ਹੈ ਉਹ ਸਟੋਨ ਸਟਰਕਚਰ ਪੁੱਛਿਆ ਗਿਆ ਕਲਚਰਲ ਸਾਈਟਸ ਦੇ ਵਿੱਚ, ਉਸੇ ਤਰ੍ਹਾਂ ਵਰਲਡ ਲਾਰਜੈਸਟ ਨੈਚੁਰਲ ਸਾਈਟ ਦੀ ਇੱਕ ਕੁਐਸਚਨ ਪੁੱਛਿਆ ਗਿਆ ਹੈ, ਵਿਚ ਆਫ ਦੀ ਵਰਲਡਸ ਲਾਰਜੈਸਟ ਮੈਂਗਰੂਵ ਫੋਰੈਸਟ। ਮੈਂਗਰੂਵ ਆਪਾਂ ਡਿਸਕਸ ਕੀਤਾ ਸੀ ਨਾ ਕਿ ਕੀ ਚੀਜ਼ ਹੁੰਦੀ ਹੈ ਮੈਂਗਰੂਵ। ਸੋ ਚਲੋ ਆਪਾਂ ਡਿਸਕਸ ਕਰਾਂਗੇ ਹਲੇ। ਆਪਸ਼ਨਸ ਆਰ ਕਾਜ਼ੀਰੰਗਾ, ਕੋਸੀ ਡੈਲਟਾ, ਸੁੰਦਰਬਨਸ ਐਂਡ ਵੈਸਟਰਨ ਘਾਟਸ। ਸੋ ਦੀ ਰਾਈਟ ਆਨਸਰ ਟੂ ਦਿਸ ਕੁਐਸਚਨ ਇਜ਼ ਸੁੰਦਰਬਨਸ। ਜਦੋਂ ਆਪਾਂ ਸੁੰਦਰਬਨ ਡਿਸਕਸ ਕੀਤਾ ਸੀ ਤਾਂ ਆਪਾਂ ਡਿਸਕਸ ਕੀਤਾ ਕਿ ਸੁੰਦਰਬਨ ਜੋ ਹੈ ਇਟ ਇਜ਼ ਦੀ ਵਰਲਡ ਲਾਰਜੈਸਟ ਮੈਂਗਰੂਵ ਫੋਰੈਸਟ। ਮੈਂਗਰੂਵ ਕੀ ਚੀਜ਼ ਹੁੰਦੀ ਹੈ ਜਾਂ ਡੈਲਟਾ ਕੀ ਚੀਜ਼ ਹੁੰਦਾ ਹੈ? ਜਦੋਂ ਆਪਾਂ ਡਿਸਕਸ ਕੀਤਾ ਸੀ ਡੈਲਟਾ। ਸੋ ਅਗਰ ਕੋਈ ਰੀਵਰ ਜਦੋਂ ਸਮੁੰਦਰ 'ਚ ਆ ਕੇ, ਆ ਸਮੁੰਦਰ ਹੈ, ਸਮੁੰਦਰ 'ਚ ਆ ਕੇ ਮਿਲਦੀ ਹੈ ਤਾਂ ਅਗਰ ਉਹ ਫੈਲ ਜੇ ਤਾਂ ਡੈਲਟਾ ਬਣ ਜਾਂਦਾ ਹੈ। ਅਗਰ ਉਹ ਫੈਲਣ ਦੀ ਬਜਾਏ ਡਾਇਰੈਕਟਲੀ ਉਸ ਦੇ ਵਿੱਚ ਕੰਟਰੈਕਟ ਹੋ ਕੇ ਜਾਵੇ ਤਾਂ ਇਸਚੁਰੀਨ ਬਣਦਾ ਹੈ। ਸੋ ਜੋ ਮੈਂਗਰੂਵ ਫੋਰੈਸਟ ਹੈ ਉਹ ਐਸੇ ਜਗ੍ਹਾ 'ਤੇ ਪਾਏ ਜਾਂਦੇ ਹੈ ਡੈਲਟਾ, ਦੈਟ ਇਜ਼ ਸੁੰਦਰਬਨ ਡੈਲਸਾ। ਕਾਜ਼ੀਰੰਗਾ ਬਾਰੇ ਆਪਾਂ ਕੀਤਾ ਅਸਮ ਦੇ ਵਿੱਚ। ਕੋਸੀ ਡੈਲਟਾ ਤੁਹਾਨੂੰ ਪਤਾ ਹੈ, ਕੋਸੀ ਜੋ ਬਿਹਾਰ ਦੇ ਵਿੱਚ ਹੈ, ਸੋਰੋ ਆਫ ਬਿਹਾਰ ਵੀ ਕਿਹਾ ਜਾਂਦਾ ਹੈ। ਐਂਡ ਦੈਨ ਵੈਸਟਰਨ ਘਾਟ ਆਪਾਂ ਨੂੰ ਪਤਾ ਹੀ ਹੈ ਕਿ ਸਾਊਥ ਇੰਡੀਆ ਪੈਨੀਸੂਲਰ ਇੰਡੀਆ ਦੇ ਵਿੱਚ ਹੈ। ਸੋ ਦੀ ਰਾਈਟ ਆਨਸਰ ਇਜ਼ ਸੁੰਦਰਬਨਸ। ਨੈਕਸਟ ਇਜ਼ ਨੇਮ ਦੀ ਐਸਟਰੋਨੋਮੀਕਲ ਓਬਜ਼ਰਵੇਟਰੀ built in 18th century in Rajasthan. Options are Amer Fort, Jantar Mantar, Hill Forts of Rajasthan and Pushkar Ghats. ਚਾਰੋਂ ਹੀ ਆਪਸ਼ਨ ਰਾਜਸਥਾਨ ਦੇ ਦਿੱਤੇ ਗਏ ਹੈ। ਐਂਡ ਕੁਐਸਚਨ ਵੀ ਇਹੀ ਪੁੱਛਿਆ ਗਿਆ ਕਿ ਐਸਟਰੋਨੋਮੀਕਲ ਓਬਜ਼ਰਵੇਟਰੀ ਕੌਣ ਸ਼ੋ ਕਰ ਰਿਹਾ ਹੈ। ਸੋ ਐਸਟਰੋਨੋਮੀਕਲ ਓਬਜ਼ਰਵੇਟਰੀ ਤੁਹਾਨੂੰ ਥੋੜ੍ਹਾ ਜਿਹਾ ਵੀ ਅਗਰ ਚਾਰਾਂ ਚੋਂ ਲਾਸਟ ਲੈਕਚਰ ਦਾ ਤੁਹਾਨੂੰ ਧਿਆਨ ਹੋਵੇ ਤਾਂ ਆਪਾਂ ਇੱਥੋਂ ਦੀ ਇੱਕ ਬਿਲਕੁਲ ਇੱਕ ਸ਼ਿਓਰ ਸ਼ੋਰਟ ਕੁਐਸਚਨ ਹੈ ਕਿ ਉਹ ਐਸਟਰੋਨੋਮੀਕਲ ਮੀਨਸ ਇਸ ਤਰ੍ਹਾਂ ਦੇ ਇੰਸਟਰੂਮੈਂਟ ਉੱਥੇ ਇਤਿਹਾਸਿਕ ਇੰਸਟਰੂਮੈਂਟ ਪਏ ਹੈ ਜਿਸ ਤੋਂ ਗ੍ਰਹਿਾਂ ਦੀ ਦਿਸ਼ਾ ਜਾਂ ਅਗਰ ਆਪਾਂ ਸੂਰਿਆ ਦੀ ਅਗਰ ਆਪਾਂ ਡਾਇਰੈਕਸ਼ਨ ਦੇਖਣੀ ਹੋਵੇ ਜਿਹਦੇ ਤੋਂ ਆਪਾਂ ਟਾਈਮ ਦੇਖਦੇ ਹਾਂ ਕਿ ਇਸ ਟਾਈਮ ਕਿੰਨਾ ਟਾਈਮ ਉਸ ਟਾਈਮ 'ਤੇ ਦੇਖਿਆ ਜਾਂਦਾ ਸੀਗਾ। ਸੋ ਐਸਟਰੋਨੋਮੀਕਲ ਇਹ ਸਾਰੀਆਂ ਸਾਈਟਸ ਕਿਹੜੀ ਜਗ੍ਹਾ ਹੈ? ਦਿਸ ਇਜ਼ ਰਿਲੇਟਿਡ ਟੂ ਜੰਤਰ ਮੰਤਰ। ਆਹ ਪਿਕ ਆਪਾਂ ਉਦੋਂ ਵੀ ਦੇਖੀ ਸੀ, ਜੰਤਰ ਮੰਤਰ ਹੈ ਇਹ ਚਾਰੋਂ ਹੀ। ਆਮੇਰ ਫੋਰਟ ਅਗਰ ਆਪਾਂ ਗੱਲ ਕਰੀਏ, ਹਿਲ ਫੋਰਟਸ ਆਫ ਰਾਜਸਥਾਨ, ਪੁਸ਼ਕਰ, ਅਜਮੇਰ ਤੋਂ ਅੱਗੇ ਜਿਹੜਾ ਹੈ ਲੋਕੇਸ਼ਨ ਹੈ ਬ੍ਰਹਮਾ ਜੀ ਦਾ ਇਕਲੌਤਾ ਮੰਦਿਰ ਇੰਡੀਆ ਦੇ ਵਿੱਚ, ਦੈਟ ਇਜ਼ ਪੁਸ਼ਕਰ ਘਾਟ ਈਵਨ ਵਰਲਡ ਦੇ ਵਿੱਚ। ਸੋ ਆਮੇਰ ਫੋਰਟ, ਜੰਤਰ ਮੰਤਰ, ਹਿਲ ਫੋਰਟਸ ਆਫ ਰਾਜਸਥਾਨ, ਪੁਸ਼ਕਰ ਘਾਟ ਚਾਰੋਂ ਹੀ ਰਾਜਸਥਾਨ ਦੇ ਵਿੱਚ ਹੈ। ਬਟ ਜੋ ਐਸਟਰੋਨੋਮੀਕਲ ਓਬਜ਼ਰਵੇਟਰੀ ਦਿਖਾਉਂਦਾ ਹੈ ਦੈਟ ਇਜ਼ ਜੰਤਰ ਮੰਤਰ। ਨੈਕਸਟ ਇਜ਼ which heritage site is famous for its Chalukya style of architecture? Chalukya style ਤੁਸੀਂ ਦੇਖਣਾ ਹੈ, ਇੱਥੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚਾਲੁਕਿਆ ਸਟਾਈਲ, ਚਾਲੁਕਿਆ ਡਾਇਨੈਸਟੀ ਨੇ ਕਿਸ ਪਾਰਟ ਦੇ ਇੰਡੀਆ ਦੇ ਵਿੱਚ ਜੋ ਹੈ ਉਹ ਰਾਜ ਕੀਤਾ ਸੀ। ਤਾਂ ਉੱਥੋਂ ਤੁਹਾਨੂੰ ਥੋੜ੍ਹਾ ਆਈਡੀਆ ਹੋਣਾ ਚਾਹੀਦਾ ਹੈ ਕਿ ਰਾਣੀ ਕੀ ਵਾਵ ਆ ਸਕਦਾ ਹੈ। ਕਿਹੜੀ ਜਗ੍ਹਾ ਹੈ ਰਾਣੀ ਕੀ ਵਾਵ? ਜੰਤਰ ਮੰਤਰ, ਪਟਾਡਕਲ ਸਾਈਟਸ ਜਾਂ ਸਨ ਟੈਂਪਲ। ਸੋ ਦੀ ਰਾਈਟ ਆਨਸਰ ਵਿਲ ਬੀ ਪਟਾਡਕਲ ਸਾਈਟਸ। ਸੋ ਪਟਾਡਕਲ ਸਾਈਟਸ ਬਾਰੇ ਆਪਾਂ ਡਿਟੇਲ 'ਚ ਡਿਸਕਸ ਕੀਤਾ ਹੋਇਆ ਕਿ 1987 'ਚ ਇਹਨਾਂ ਨੂੰ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਮਿਲਿਆ। ਕਿਹਨਾਂ ਨੇ ਬਣਵਾਈ ਸੀ? ਚਾਲੁਕਿਆ ਡਾਇਨੈਸਟੀ ਨੇ 8th ਸੈਂਚੁਰੀ ਦੇ ਵਿੱਚ ਬਣਾਈ ਸੀ। ਐਂਡ ਅਲੱਗ-ਅਲੱਗ ਜਗ੍ਹਾ ਹੈ ਇੱਥੇ ਲਾਈਕ ਆਈਹੋਲ, ਬਦਾਮੀ,
ਪਟਾਡਕਲ ਜਿਹਨੂੰ ਕਰਾਊਨ ਰੂਬੀਜ਼ ਵੀ ਕਿਹਾ ਜਾਂਦਾ ਹੈ। ਸੋ ਪਟਾਡਕਲ ਸਾਈਟਸ it is the heritage site which is famously built by Chalukya style of architecture. Then 18th number question, which of the following is not true about the Elephanta caves? ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਐਲੀਫੈਂਟਾ ਬਾਰੇ ਵੀ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਸੋ ਐਲੀਫੈਂਟਾ ਬਾਰੇ ਕੁਐਸਚਨ ਹੈ ਕਿ ਇਹਨਾਂ ਸਾਰਿਆਂ ਚੋਂ ਕਿਹੜੀ ਚੀਜ਼ ਟਰੂ ਨਹੀਂ ਹੈ। ਫਸਟ ਕਹਿ ਰਿਹਾ ਹੈ ਕਿ ਇਹਨੂੰ 1987 ਦੇ ਵਿੱਚ ਯੂਨੈਸਕੋ ਦਾ ਟੈਗ ਮਿਲਿਆ। Second, caves are made from solid rock. Third, Portuguese renamed this cave as Elephanta. Then fourth is these caves are excavated during 11th century. So 5 seconds ਲਓ, ਚਾਰਾਂ ਨੂੰ ਧਿਆਨ ਨਾਲ ਪੜੋ ਕਿ ਐਲੀਫੈਂਟਾ ਕੇਵਸ ਬਾਰੇ ਅਗਰ ਆਪਾਂ ਡਿਸਕਸ ਕਰੀਏ ਤਾਂ 1 by 1 ਅਗਰ ਆਪਾਂ ਡਿਸਕਸ ਕਰੀਏ। ਫਸਟ ਕਿ 1987 ਦੇ ਵਿੱਚ ਟੈਗ ਮਿਲਿਆ, ਯੈਸ 1987 ਚ ਮਿਲਿਆ। ਕੀ ਇਹ ਸੋਲਿਡ ਰੋਕ ਤੋਂ ਬਣੇ ਹੋਏ ਹੈ? ਤਾਂ ਸੋਲਿਡ ਰੋਕ ਤੋਂ ਸਕਲਪਚਰ ਕੇਵਸ ਹੈ। ਐਲੀਫੈਂਟਾ ਕੇਵਸ ਕਿਹੜੀ ਜਗ੍ਹਾ ਲੋਕੇਟ ਕਰਦੇ ਹੈ? ਗ੍ਰਹਿਪੁਰੀ, ਜਿਹਨੂੰ ਨਵਾਂ ਸ਼ੇਵਾ ਆਈਸਲੈਂਡ ਵੀ ਕਿਹਾ ਜਾਂਦਾ ਹੈ, ਜਿੱਥੇ ਜਵਾਹਰ ਲਾਲ ਨਹਿਰੂ ਪੋਰਟ ਹੈ ਮਹਾਰਾਸ਼ਟਰ ਦੇ ਵਿੱਚ, ਉਹ ਚੀਜ਼ ਹੈ। ਦਿਸ ਕੇਵਸ ਆਰ ਮੇਡ ਫਰੋਮ ਸੋਲਿਡ ਰੋਕ, ਯੈਸ। ਪੁਰਤਗੀਜ਼ ਰੀਨੇਮਡ ਦਿਸ ਐਜ਼ ਐਲੀਫੈਂਟਾ, ਯੈਸ ਦਿਸ ਇਜ਼ ਆਲਸੋ ਟਰੂ ਐਂਡ ਦੀ ਕਰੈਕਟ ਆਂਸਰ ਇਜ਼ ਡੀ। 11th ਸੈਂਚਰੀ ਦੇ ਦੌਰਾਨ ਇਹਨੂੰ ਐਕਸਕੇਵੇਟ ਕੀਤਾ ਗਿਆ ਨਹੀਂ। 11th ਸੈਂਚਰੀ ਨਹੀਂ, ਇਹਨਾਂ ਦਾ ਜੋ ਆਨਸਰ ਹੈ ਉਹ ਹੈ 5th to 8th ਸੈਂਚਰੀ ਦੇ ਵਿੱਚ। ਸੋ ਦੀ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਡੀ। ਨੈਕਸਟ, ਵਿਚ ਡੇ ਆਫ ਦੀ ਈਅਰ ਇਜ਼ ਸੈਲੀਬ੍ਰੇਟਿਡ ਐਜ਼ ਵਰਲਡ ਹੈਰੀਟੇਜ ਸਾਈਟ ਬਾਈ ਯੂਨੈਸਕੋ? ਇਹ ਚੀਜ਼ ਆਪਾਂ ਦੋ ਟੌਪਿਕਸ ਦੇ ਵਿੱਚ ਨਹੀਂ ਕੀਤੀ ਸੀ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਈਅਰ ਦਾ ਕਿਹੜਾ ਜੋ ਡੇ ਹੈ ਜਿਹਨੂੰ ਵਰਲਡ ਹੈਰੀਟੇਜ ਡੇ ਦਾ ਦਰਜਾ ਦਿੱਤਾ ਗਿਆ ਹੈ। ਦੀ ਰਾਈਟ ਆਂਸਰ ਇਜ਼, ਟੈਲ ਮੀ ਰਾਈਟ ਆਂਸਰ ਇਜ਼ April 18th, ਵਰਲਡ ਹੈਰੀਟੇਜ ਡੇ April 18th। ਨੈਕਸਟ, ਵੈਰੀ ਇੰਪੋਰਟੈਂਟ, ਮੈਂ ਤੁਹਾਨੂੰ ਲਾਸਟ ਲੈਕਚਰ ਦੱਸਿਆ ਸੀ ਕਿ ਐਗਜ਼ਾਮੀਨਰ ਦਾ ਅੱਜ ਕੱਲ੍ਹ ਮੇਨ ਜੋ ਫੋਕਸ ਰਹਿੰਦਾ ਹੈ ਉਹ ਰਹਿੰਦਾ ਹੈ ਕਿਸੇ ਵੀ ਡੇ ਦੀ ਥੀਮ 'ਤੇ, ਕਿਉਂਕਿ ਡੇ ਜੋ ਹੈ ਉਹ ਸਟੂਡੈਂਟ ਰੱਟਾ ਮਾਰ ਲੈਂਦੇ ਹੈ, ਲੇਕਿਨ ਥੀਮ ਤੁਹਾਨੂੰ ਹਰ ਸਾਲ ਦੀ ਥੀਮ ਡਿਫਰੈਂਟ ਹੁੰਦੀ ਹੈ, ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਵਟ ਵਾਜ਼ ਦੀ ਥੀਮ ਆਫ World Heritage Day 2020? The theme was answer number B, that is shared culture, shared heritage, shared responsibility. So this was the theme of World Heritage Site 2020. Then question number 21, Shri Ranganatha Swami Temple is dedicated to which deity? ਕਿਹੜੇ ਭਗਵਾਨ ਨਾਲ ਰਿਲੇਟ ਕਰਦਾ ਹੈ ਸ਼੍ਰੀ ਰੰਗਨਾਥਾ ਸਵਾਮੀ ਟੈਂਪਲ? ਰੰਗਨਾਥਾ ਸਵਾਮੀ। ਸੋ ਐਜ਼ ਦੀ ਨੇਮ ਸਜੈਸਟ ਵੀ ਨੋ ਦੀ ਰੰਗਨਾਥਾ ਸਵਾਮੀ ਟੈਂਪਲ ਇਜ਼ ਇਨ ਦੀ ਸਾਊਥ ਇੰਡੀਆ, ਇਜ਼ ਇਨ ਦੀ ਤਮਿਲਨਾਡੂ। ਸੋ ਆਪਾਂ ਇੱਥੋਂ ਵੀ ਥੋੜ੍ਹਾ ਜੱਜ ਕਰ ਸਕਦੇ ਹਾਂ ਕਿ ਆਪਾਂ ਡਿਸਕਸ ਕੀਤਾ ਸੀ ਕਿ ਸਾਊਥ ਇੰਡੀਆ ਦੇ ਜੋ ਟੈਂਪਲ ਹੈ ਉਹ ਮੇਨ ਟੈਂਪਲ ਕਿਹਨੂੰ ਦਿਖਾ ਰਹੇ ਹੈ? ਉਹ ਟੈਂਪਲ ਜੋ ਹੈ ਉਹ ਵਿਸ਼ਨੂੰ ਦੇ ਹੀ ਕਿਸੇ ਨਾ ਕਿਸੇ ਅਵਤਾਰ ਨੂੰ ਦਿਖਾ ਰਹੇ ਹੈ। ਸੋ ਦੀ ਆਂਸਰ ਇਜ਼ ਲੋਰਡ ਵਿਸ਼ਨੂੰ। ਸੋ ਦਿਸ ਇਜ਼ ਦੀ ਸਾਈਟ, ਦਿਸ ਇਜ਼ ਦੀ ਪਿਕ ਆਫ ਦੀ ਸਾਈਟ Ranganatha Swami Temple. Where it is located? It is located in Trichy, that is in Tamil Nadu. So it is dedicated to Rangnath, which is an avatar of Vishnu itself. So the right answer is Lord Vishnu. Next question, in which place Shringeri Mutt is situated, which is established by Shankaracharya? ਜਦੋਂ ਵੀ ਆਪਾਂ temples of India ਕਰਦੇ ਹਾਂ ਨਾ, ਆਦਿ ਸ਼ੰਕਰਾਚਾਰਿਆ ਦੁਆਰਾ ਬਣਾਏ ਗਏ ਜੋ ਵੇਰੀਅਸ ਮੱਠ ਹੈ ਉਹ ਬੜੇ ਇੰਪੋਰਟੈਂਟ ਹੋ ਜਾਂਦੇ ਹੈ। ਸ਼੍ਰਿੰਗੇਰੀ ਦਾ ਵੈਸੇ ਵੀ ਆਪਾਂ ਸ਼੍ਰਿੰਗੇਰੀ ਟੈਂਪਲ ਵੀ ਕੀਤਾ ਸੀਗਾ। ਸੋ ਸ਼੍ਰਿੰਗੇਰੀ ਮੱਠ ਕਿਹੜੀ ਸਾਈਟ 'ਤੇ ਲੋਕੇਟਿਡ ਹੈ ਇਹਨਾਂ ਸਾਰਿਆਂ 'ਚੋਂ? ਕੰਨਿਆ ਕੁਮਾਰੀ, ਰਾਮੇਸ਼ਵਰਮ, ਮੈਂਗਲੋਰ ਜਾਂ ਕੋਚੀ। ਸੋ ਦੀ ਰਾਈਟ ਆਂਸਰ ਇਜ਼ ਰਾਮੇਸ਼ਵਰਮ ਜੋ ਕਿ ਆਪਾਂ ਸਾਰਾ ਡਿਸਕਸ ਕੀਤਾ ਸੀ। ਰਾਮੇਸ਼ਵਰਮ ਜਿਹੜੀ ਜਗ੍ਹਾ 'ਤੇ ਭਗਵਾਨ ਰਾਮ ਨੇ ਸੇਤੂ ਬਣਾਇਆ ਸੀ ਲੰਕਾ ਜਾਣ ਲਈ, ਦੈਟ ਇਜ਼ ਦੀ ਸਾਈਟ ਆਫ ਰਾਮੇਸ਼ਵਰਮ। ਕਿਹੜੇ ਲੋਰਡ ਨਾਲ ਰਿਲੇਟਿਡ ਹੈ? ਲੋਰਡ ਸ਼ਿਵਾ ਨਾਲ ਰਿਲੇਟ ਕਰਦਾ ਹੈ ਰਾਮੇਸ਼ਵਰਮ। ਐਂਡ ਐਜ਼ ਵੈਲ ਐਜ਼ ਰਾਮੇਸ਼ਵਰਮ ਦੀ ਜੋ ਜਗ੍ਹਾ ਹੈ ਐਸੇ ਜਗ੍ਹਾ 'ਤੇ ਹੀ ਆਦਿ ਸ਼ੰਕਰਾਚਾਰਿਆ ਨੇ ਸ਼੍ਰਿੰਗੇਰੀ ਮੱਠ ਦਾ ਵੀ ਨਿਰਮਾਣ ਜੋ ਹੈ ਉਹ ਕੀਤਾ ਸੀ। Next question, in which district of Uttarakhand Badrinath temple is located? The same question was asked in PSPCL exam 2019.
2019 ਦੇ ਲਾਸਟ ਤੇ ਜੋ ਐਗਜ਼ਾਮ ਹੋਇਆ PSPCL ਦਾ, ਉਹਦੇ 'ਚ ਇਹ ਕੁਐਸਚਨ ਆਇਆ, ਇਨ ਵਿਚ ਡਿਸਟ੍ਰਿਕਟ ਆਫ ਉੱਤਰਾਖੰਡ ਬਦਰੀਨਾਥ ਟੈਂਪਲ ਇਜ਼ ਦੇਅਰ। ਸੋ ਇਹ ਕੁਐਸਚਨ ਮੈਂ ਆਲਰੇਡੀ ਵੀ ਮੈਂ ਤੁਹਾਨੂੰ ਕਰਵਾ ਚੁੱਕਿਆ। ਦੀ ਆਂਸਰ ਇਜ਼ ਚਮੋਲੀ डिस्ट्रिक्ट। रुद्रप्रयाग, गढ़वाल, गारसेन, सो ये आंसर नहीं है, आंसर है चमोली डिस्ट्रिक्ट। सो बद्रीनाथ टेंपल की गल करिए, इट इज़ लोकेटेड इन चमोली डिस्ट्रिक्ट। इट इज़ वन ऑफ द साइट ऑफ बड़े चार धाम, बड़े चार धाम की एक साइट है, एंड इट इज़ डेडिकेटेड टू लॉर्ड विष्णु। एंड केड़ी रिवर एस दे अलोंग जाती है, दैट रिवर नेम इज़ अलकनंदा। सो बद्रीनाथ टेंपल, चमोली डिस्ट्रिक्ट, उत्तराखंड। नेक्स्ट क्वेश्चन, इन विच प्लेस शारदा मठ इज सिचुएटेड विच इज ऑल्सो एस्टैब्लिश्ड बाय आदि शंकराचार्य। आदि शंकराचार्य द्वारा शारदा मठ की जो स्थापना है वो केड़ी जगह हुई? इज इट भुज गुजरात, इज इट पुरी उड़ीसा, इज इट द्वारका दैट इज ऑल्सो इन गुजरात, और इज इट उज्जैन? सो द राइट आंसर ऑफ शारदा मठ इज द्वारका। द्वारका, द्वारका इज ऑल्सो दी वन ऑफ दी साइट ऑफ 4 मेजर धाम्स। बड़े चार धाम चो एक द्वारका धाम आंदा है, जो कि गुजरात के जो कोस्टल बाउंड्री है उत्थे जगह ते आंदा है। केड़े लॉर्ड नाल रिलेट करता है? लॉर्ड कृष्णा। ओके, एंड ऐसे जगह ते शारदा मठ की स्थापना की शंकराचार्य जी ने। भुज गुजरात दे विच है, जिथे भूकंप वगैरह जो अर्थक्वेक आया सी, बहुत इंपोर्टेंट रहा सी उदों ये साइट। पुरी उड़ीसा दे विच 2 टैंपल है, ब्लैक पगोड़ा, वाइट पगोड़ा। उज्जैन मध्य प्रदेश, उज्जैन महाकाल मंदिर, इट इज़ वन ऑफ द साइट ऑफ कुंभ मेला। सो नेक्स्ट इज, इन विच सिटी राजा रानी टेंपल इज सिचुएटेड? राजा रानी टेंपल विच इज ऑल्सो नोन एज लव टेंपल। लव टेंपल दैट इज राजा रानी टेंपल is situated, is it Varanasi, is it Mathura, is it Bhubaneswar, or is it Prayagraj? The right answer will be Bhubaneswar, the city of temples। उड़ीसा की राजधानी जिहड़ी कि आपदे टैंपल्स लई बड़ी फेमस है, दैट इज़ भुवनेश्वर। द राजा रानी टेंपल इज सिचुएटेड इन भुवनेश्वर। होर टैंपल अगर आप गल करिए, वाराणसी तुहानूं पता ही है, काशी महाकाल मंदिर वाराणसी दे विच है ना। होर नाग वासुकी मंदिर वाराणसी दे इलाहाबाद दे विच है, नाग वासुकी मंदिर इन्हां दे नज़दीक। दैन मथुरा दे विच वृंदावन या वरसाना, उस जगह पर काफ़ी कृष्ण जी के मंदिर है। प्रयागराज की है संगम। प्रयागराज जो है उन्होंने ही इलाहाबाद किया जाता सी, नाग वासुकी मंदिर इस जगह पर है। सो वाराणसी काशी महाकाल, मथुरा दे विच श्री कृष्ण जी के मंदिर, भुवनेश्वर वैसी टैंपल सिटी है, तुहानूं ये ऑलरेडी दस्सिया गया है। नैक्सट वैरी इंपोर्टेंट, बहुत बारी एग्जाम के क्वेश्चन पूछा गया है, वेयर इज़ दी मीनाक्षी टैंपल सिचुएटेड? मीनाक्षी टैंपल। सो ऑप्शंस आर नासिक महाराष्ट्र, मदुरई तमिलनाडु, उज्जैन मध्य प्रदेश, एंड हावड़ा वेस्ट बंगाल। सो द आंसर विल बी, आंसर इज मदुरई तमिलनाडु। द्रविड़ा स्टाइल, मेन द्रविड़ा स्टाइल मंदिर दैट इज़ मीनाक्षी मंदिर थोड़े सामने है, इट इज़ इन दी मदुरई तमिलनाडु। बाकी ऑप्शन की गल करिए, नासिक महाराष्ट्र दे विच बड़ा इंपोर्टेंट मंदिर है, त्रिंबकेश्वर मंदिर दैट इज़ नासिक महाराष्ट्र। उज्जैन मध्य प्रदेश, महाकाल मंदिर, जिवें कि तुहानूं कहा कि इट इज़ दी वन ऑफ दी साइट ऑफ कुंभ मेला। हावड़ा जो मेनली है तो हावड़ा ब्रिज लई फेमस है, मंदिर का कोई ज़्यादा इहदे विच नहीं है। सैकेंड 27th क्वेश्चन, इन विच ऑफ द फॉलोइंग टेंपल अंबुबाची मेला हैपन्ड एवरी ईयर? केड़ा जो अगे चल के जो अपने वेरीअस टॉपिक्स आएंगे, आप वेरीअस फैसटिवल्स ऑफ इंडिया भी करांगे, बट ये कॉमन क्वेश्चन है कि इन्हां चों केड़ा मंदिर है जो अंबुबाची मेला जो उत्थे हर साल लगता है। जो टैंपल्स दिखाए गए हैं, ऑप्शन तुसीं देख सकते हो। द आंसर विल बी कामाख्या टैंपल। एक पिक दिखाई गई है अंबुबाची मेला दी, दिस इज़ दी कामाख्या देवी टैंपल दैट इज़ इन दी गुवाहाटी। सो मीनाक्षी टैंपल बारे भी आप कर चुके हैं, महाकाल मंदिर बारे भी डिस्कस कर लिया, एंड नाग वासुकी टैंपल इन इलाहाबाद। नेक्स्ट दोस्तों 28th नंबर क्वेश्चन, द विसार स्टाइल इन द बिल्डिंग ऑफ स्ट्रक्चरल टैंपल्स वाज डेवलप्ड बाय? विसार स्टाइल। सो जो आप विसार स्टाइल किया सी, आप इस क्वेश्चन का आंसर उदों कर चुके हैं। इज इट बिल्ट बाय चोला? विसार स्टाइल किन्ने बनाया सी, पांड्याज ने, चालुक्या ने, या पल्लवाज ने? द आंसर विल बी चालुक्या डायनेस्टी। आप उदों किया सी कि चालुक्या डायनेस्टी जो है, बेसिकली तुसीं इत्थों भी इनू आइडिया लगा सकते हो ना कि विसार स्टाइल आप किया सीगा कि विसार स्टाइल कित्थों तो कित्थों तक है,
ਇਨ ਯੂ ਕੈਨ ਸੇ ਮਿਡ ਇੰਡੀਆ, ਮਿਡਲ ਇੰਡੀਆ ਦੇ ਵਿੱਚ ਹੈ, ਵਿੰਧਿਆਚਲ ਤੋਂ ਲੈ ਕੇ ਵਿੰਧਿਆਚਲ ਤੋਂ ਕ੍ਰਿਸ਼ਨਾ ਰਿਵਰ ਤੱਕ, ਜਿਹਦੇ ਵਿੱਚ ਮੱਧ ਪ੍ਰਦੇਸ਼ ਕਰਨਾਟਕਾ ਦਾ ਕੁਝ ਹਿੱਸਾ ਇਹ ਇਸ ਤਰ੍ਹਾਂ ਆ ਜਾਂਦੇ ਹੈ। ਸੋ ਉਸ ਜਗ੍ਹਾ ਤੇ ਕੌਣ ਜ਼ਿਆਦਾ ਵਿਦਵਾਨ ਰਹੇ ਸੀ, ਜੋ ਹੈ ਚਾਲੁਕਿਆ ਡਾਇਨੈਸਟੀ। ਬਟ however the ਵਿਸਾਰ ਸਟਾਈਲ ਰੀਚ ਇਟਸ ਕਲਮੀਨੇਸ਼ਨ, ਮੀਨਸ ਜੋ ਟੋਪ ਤੇ ਕਿਹਨਾਂ ਦੇ ਅੰਡਰ ਰਿਹਾ, ਰਾਸ਼ਟਕੂਟਾ ਐਂਡ ਹੋਇਸਾਲਾਸ, ਇਹਨਾਂ ਡਾਇਨੈਸਟੀ ਦੇ ਅੰਡਰ ਜੋ ਹੈ ਉਹ ਵਿਸਾਰ ਸਟਾਈਲ ਨੂੰ ਮੇਨਲੀ ਫੋਕਸ ਕੀਤਾ ਗਿਆ। 29th ਨੰਬਰ ਕੁਐਸਚਨ, ਐਲੀਫੈਂਟਾ ਵਾਜ਼ ਓਰੀਜਨਲੀ ਨੋਨ ਐਜ਼, ਤਾਂ ਹੀ ਮੈਂ ਐਲੀਫੈਂਟਾ ਬਾਰੇ ਤੁਹਾਨੂੰ ਦੱਸ ਰਿਹਾ ਸੀ ਕਿ ਐਲੀਫੈਂਟਾ ਅੱਗੇ ਜਾ ਕੇ ਵੀ ਆਪਾਂ ਡਿਟੇਲ ਡਿਸਕਸ ਕਰਾਂਗੇ। ਐਲੀਫੈਂਟਾ ਨੂੰ ਮੇਨਲੀ ਕਿਸ ਨਾਮ ਨਾਲ ਓਰੀਜਨਲੀ ਜਾਣਿਆ ਜਾਂਦਾ ਸੀ ਐਲੀਫੈਂਟਾ ਨੂੰ? Is it Shripuri? Is it Mamallapuram? Is it Devdweep or it is Shivdweep? So Elephanta caves ਨੂੰ ਮੇਨਲੀ ਜਾਣਿਆ ਜਾਂਦਾ ਸੀ ਸ਼੍ਰੀਪੁਰੀ ਨਾਮ ਨਾਲ, ਸ਼੍ਰੀਪੁਰੀ। Where it is situated or where it is located? It is located in an Iceland or Ireland near Bombay। ਉਸ ਆਇਰਲੈਂਡ ਨੂੰ ਜੋ ਹੈ ਉਹ ਗਰਾਪੁਰੀ ਵੀ ਕਿਹਾ ਜਾਂਦਾ ਹੈ, ਐਲੀਫੈਂਟਾ ਵੀ ਕਿਹਾ ਜਾਂਦਾ ਹੈ, ਈਵਨ ਨਵਾਂ ਸ਼ੇਵਾ ਆਇਰਲੈਂਡ ਵੀ ਕਿਹਾ ਜਾਂਦਾ ਹੈ। ਨਵਾਂ ਸ਼ੇਵਾ ਆਇਰਲੈਂਡ ਬਹੁਤ ਇੰਪੋਰਟੈਂਟ ਹੈ ਬਿਕੋਜ਼ ਉਸ ਜਗ੍ਹਾ 'ਤੇ ਆਪਣਾ ਇੱਕ ਮੇਜਰ ਪੋਰਟ ਹੈ, ਦੈਟ ਇਜ਼ ਜਵਾਹਰ ਲਾਲ ਨਹਿਰੂ ਮੇਜਰ ਪੋਰਟ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸੇ ਜਗ੍ਹਾ 'ਤੇ ਹੀ ਐਲੀਫੈਂਟਾ ਹੈ। ਸੋ ਇਹਨੂੰ ਐਲੀਫੈਂਟਾ ਹੀ ਕਿਉਂ ਕਿਹਾ ਜਾਂਦਾ ਹੈ? ਦੇਖੋ ਪੁਰਤਗੀਜ਼, ਆਪਾਂ ਇੱਕ ਐਲੀਫੈਂਟਾ ਕੇਵ ਦਾ ਕੁਐਸਚਨ ਵੀ ਹੁਣੇ ਕਰਕੇ ਆ ਚੁੱਕੇ ਹਾਂ ਕਿ ਪੁਰਤਗਾਲੀਆਂ ਨੇ ਇਹਦਾ ਨਾਮ ਦਿੱਤਾ ਸੀ। ਕਿਉਂ ਦਿੱਤਾ ਸੀ? ਬਿਕੋਜ਼ ਉਹਨਾਂ ਨੇ ਫਾਈਂਡ ਆਊਟ ਕੀਤੀ ਸੀ ਇੱਕ ਲਾਰਜ ਫਿਗਰ ਆਫ ਐਲੀਫੈਂਟ, ਜਿਹਨੂੰ ਕਿ ਉਹਨਾਂ ਨੇ ਐਲੀਫੈਂਟਾ ਕਿਹਾ। ਸੋ ਪੂਰੀ ਕੇਵ ਨੂੰ ਹੀ ਉਹ ਕੀ ਕਹਿਣ ਲੱਗੇ, ਐਲੀਫੈਂਟਾ ਕੇਵਸ। ਸੋ ਐਲੀਫੈਂਟਾ ਕੇਵ ਵਾਜ਼ ਓਰੀਜਨਲੀ ਨੋਨ ਐਜ਼ ਸ਼੍ਰੀਪੁਰੀ। The last question of today is the Nalanda University was founded by। ਦੇਖੋ ਕੁਐਸਚਨ ਮੈਂ ਸਾਈਟ ਦਾ ਪੁੱਛਿਆ ਲੇਕਿਨ ਇਹਨੂੰ ਕਿਹਦੇ ਨਾਲ ਰਿਲੇਟ ਕਰਤਾ, ਹਿਸਟਰੀ ਨਾਲ ਰਿਲੇਟ ਕਰਤਾ। ਮੈਂ ਇਹਦਾ ਨਹੀਂ ਪੁੱਛਿਆ, ਪ੍ਰੀਵੀਅਸ ਈਅਰ ਕੁਐਸਚਨਸ ਦੇ ਵਿੱਚ ਪੁੱਛਿਆ ਗਿਆ ਸੀ ਦੀ ਨਾਲੰਦਾ ਯੂਨੀਵਰਸਿਟੀ ਵਾਜ਼ ਫਾਊਂਡਡ ਬਾਈ। ਸੋ ਇਟ ਵਾਜ਼ ਫਾਊਂਡਡ ਬਾਈ ਕੁਮਾਰ ਗੁਪਤਾ ਵਨ, ਕੁਮਾਰ ਗੁਪਤਾ ਵਨ, ਜਿਨ੍ਹਾਂ ਨੂੰ ਕਿ ਮਹਿੰਦਰ ਦਿੱਤਿਆ ਵੀ ਕਿਹਾ ਜਾਂਦਾ ਸੀ। ਹੀ ਵਾਜ਼ ਦੀ ਸਕਸੈਸਰ ਆਫ ਚੰਦਰਗੁਪਤਾ ਟੂ। ਟਰਮ ਨਾਲੰਦਾ, ਨਾਲੰਦਾ ਦਾ ਕੀ ਮਤਲਬ ਹੁੰਦਾ ਹੈ? ਨਾਲੰਦਾ ਦਾ ਮੀਨਸ ਹੁੰਦਾ ਹੈ ਗਿਵਰ ਆਫ ਨੋਲੇਜ, ਠੀਕ ਹੈ, ਗਿਆਨ ਦਾ ਦਾਤਾ, ਦੈਟ ਇਜ਼ ਨਾਲੰਦਾ। ਇਟ ਵਾਜ਼ ਫਾਊਂਡਡ ਬਾਈ ਕੁਮਾਰ ਗੁਪਤਾ ਵਨ ਡਿਊਰਿੰਗ ਦੀ ਗੁਪਤਾ ਪੀਰੀਅਡ। ਇਟ ਵਾਜ਼ ਪੈਟਰੋਨਾਈਜ਼ਡ ਬਾਈ ਹਿਜ਼ ਸਕਸੈਸਰ ਐਂਡ ਲੇਟਰ ਬਾਈ ਹਰਸ਼ਵਰਧਨ। ਹਰਸ਼ਵਰਧਨ ਆਏ ਸੀ ਨਾ ਜਿਹਨਾਂ 6th ਸੈਂਚੁਰੀ AD ਦੇ ਕਰੀਬ ਕਰੀਬ। ਸੋ ਇਹਨਾਂ ਨੇ ਉਹਨੂੰ ਹੋਰ ਫਲੋਰਿਸ਼ ਕੀਤਾ। ਸੋ ਹੂ ਵਾਜ਼ ਦੀ ਫਾਊਂਡਰ? ਫਾਊਂਡਰ ਵਾਜ਼ ਕੁਮਾਰ ਗੁਪਤਾ ਵਨ। ਓਕੇ ਦੋਸਤੋ, ਨਾਓ ਟੈਲ ਮੀ ਇਨ ਦੀ ਕਮੈਂਟ ਬਾਕਸ ਯੂਅਰ ਐਕਚੁਅਲ ਸਕੋਰ। ਠੀਕ ਹੈ, ਬਿਨਾਂ ਝਿਜਕ ਨਾਲ ਤੁਸੀਂ ਆਪਦਾ ਸਕੋਰ ਜੋ ਹੈ ਉਹ ਕਮੈਂਟ ਬਾਕਸ ਵਿੱਚ ਦੱਸਣਾ ਹੈ। ਕੀ ਮਿਸਟੇਕ ਹੈ ਉਹ ਵੀ ਦੱਸਣੀ ਹੈ, ਕੀ ਚੀਜ਼ ਤੁਹਾਨੂੰ ਧਿਆਨ ਨਹੀਂ ਆਈ। ਸੋ ਕੋਈ ਵੀ ਹੈਲਪ ਤੁਸੀਂ ਮੇਰੇ ਤੋਂ ਲੈਣਾ ਚਾਹੁੰਦੇ ਹੋ, ਸੋ ਤੁਸੀਂ ਉਹਨੂੰ ਕਮੈਂਟ ਬਾਕਸ ਸੈਕਸ਼ਨ 'ਚ ਲਿਖ ਸਕਦੇ ਹੋ। ਸੋ ਆਪਦਾ ਸਕੋਰ ਦੱਸਣਾ ਹੈ ਐਂਡ ਲੈਕਚਰ ਦੀ ਫੀਡਬੈਕ ਦੇਣੀ ਹੈ ਐਜ਼ ਆਲਵੇਜ਼। ਸੋ ਥੈਂਕ ਯੂ ਗਾਇਜ਼, ਮਿਲਾਂਗੇ ਆਪਾਂ ਇਸ ਤੋਂ ਬਾਅਦ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੋਪਿਕ ਨਾਲ। ਓਕੇ ਗਾਇਜ਼, ਗੁੱਡ ਬਾਏ।